ਜੋ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝ ਹੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ। ਆਦ ਪੁਰਖ ਪਰਤਖ ਲਿਖਿਓ ਅਛਰ ਮਸਤਕ ਧੁਰ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭੱਟ ਮਥੁਰਾ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਸਵਈਏ ਮਹੱਲੇ ਪੰਜਵੇਂ ਕੇ ਸਿਰਲੇਖ ਹੇਠ ਪਾਵਨ ਅੰਗ 1408 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਭੱਟ ਮਥੁਰਾ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਚਮ ਗੁਰਦੇਵ ਸਾਹਿਬ ਦੀ ਵਡਿਆਈ ਜਿਹੜੀ ਉਹ ਕਰਦੇ ਨੇ। ਔਰ ਸਭ ਤੋਂ ਪਹਿਲਾਂ ਉਹਨਾਂ ਜ਼ਿਕਰ ਕੀਤਾ ਜਦੋਂ ਗੁਰਬਾਣੀ ਨੂੰ ਆਪਾਂ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਮਾਲਕ ਜੀ ਨੇ ਇੱਕ ਵਾਰ ਨਹੀਂ ਬੜੀ ਵਾਰ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਸਮਾਜ ਸੰਸਾਰ ਸਾਰਾ ਫਨਾ ਹੋਣ ਵਾਲਾ ਹੈ, ਨਾਸ਼ ਹੋ ਜਾਣ ਵਾਲਾ, ਜਾਂ ਇਹ ਸਾਰੇ ਦਾ ਸਾਰਾ ਸੰਸਾਰ ਜਿਹੜਾ ਇਹ ਝੂਠ ਹੈ, ਇਹਦੇ 'ਚ ਸੱਚ ਕੁਛ ਨਹੀਂ ਹੈ।
ਜਿਵੇਂ ਆਪਾਂ ਆਮ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਜਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਜਦੋਂ ਪੜ੍ਹਦੇ ਹਾਂ ਤੇ ਮਾਲਕ ਜੀ ਨੇ ਸਰੀਰ ਤੱਕ ਦੀ ਜਦੋਂ ਗੱਲ ਕੀਤੀ, ਮਿੱਥਿਆ ਤਨ ਧਨ ਕੁਟੰਬ ਸਬਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਆਪਸ ਉਪਰ ਕਰਤ ਗੁਮਾਨ। ਹੁਣ ਇਹ ਸਭ ਕੁਝ ਮਿੱਥਿਆ ਹੋਇਆ ਹੈ, ਮਤਲਬ ਇਮੈਜਨ ਕੀਤਾ ਹੋਇਆ, ਝੂਠ ਹੈ, ਸੱਚ ਕੁਝ ਵੀ ਨਹੀਂ। ਨਾ ਤਨ ਸੱਚਾ ਨਾ ਕੁਟੰਬ, ਜਿੰਨਾ ਕੁਝ ਵੀ ਨਜ਼ਰ ਆ ਰਿਹਾ ਮਿੱਥਿਆ ਤਨ ਧਨ ਕੁਟੰਬ ਸਬਾਇਆ, ਸਭ ਕੁਝ ਕੀ ਹੈ? ਮਿੱਥਿਆ ਹੋਇਆ। ਫਿਰ ਮਿੱਥਿਆ ਹਉਮੈ ਮਮਤਾ ਮਾਇਆ, ਅਹੰਕਾਰ ਵੀ ਮਿੱਥਿਆ ਹੋਇਆ, ਕਿਉਂਕਿ ਜਦੋਂ ਵਸਤੂਆਂ ਪਦਾਰਥ ਮਿੱਥੇ ਹੋਏ ਨੇ ਉਹਨਾਂ ਉੱਪਰਲਾ ਅਹੰਕਾਰ ਸੱਚ ਨਹੀਂ ਹੋ ਸਕਦਾ, ਉਹਨਾਂ ਉੱਪਰਲਾ ਮਾਨ ਵੀ ਮਿੱਥਿਆ ਹੋਇਆ ਹੀ ਹੋਏਗਾ। ਜਿੱਥੇ ਮਿੱਥਿਆ ਹੋਇਆ ਅਹੰਕਾਰ ਹੈ ਉੱਥੇ ਮਮਤਾ, ਉਹਨਾਂ ਦੇ ਪ੍ਰਤੀ, ਉਹਨਾਂ ਪ੍ਰਤੀ ਮੋਹ ਜਿਹੜਾ, ਜਾਂ ਉਹਨਾਂ ਦੇ ਪ੍ਰਤੀ ਹਿਰਦਿਆਂ ਵਿਚਲੀ ਲਾਲਸਾ, ਹਿਰਦਿਆਂ ਵਿੱਚ ਜਿਹੜੀ ਇੱਛਾਵਾਂ ਨੇ ਉਹ ਪਦਾਰਥਾਂ ਦੇ ਪ੍ਰਤੀ, ਉਹ ਸਭ ਕੁਝ ਮਿੱਥੀ ਹੋਈ ਹੈ। ਫਿਰ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ, ਆਸਾ ਕੀ ਵਾਰ ਅੰਦਰ ਆਪਾਂ ਪੜ੍ਹ ਕੇ ਆਏ, ਉਹਨਾਂ ਆਖਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਸਭ ਕੁਝ ਝੂਠ ਹੈ, ਸੱਚ ਤੇ ਕੁਝ ਵੀ ਨਹੀਂ। ਸਗੋਂ ਗੁਰੂ ਨਾਨਕ ਸਾਹਿਬ ਨੇ ਅਖੀਰ ਚ ਆ ਕੇ ਆਖਿਆ ਸੀ, ਨਾਨਕ ਵਖਾਣੇ ਬੇਨਤੀ ਤੁਧ ਬਾਝ ਕੂੜੋ ਕੂੜ। ਰੱਬ ਜੀ ਮੈਂ ਤੇ ਇਹ ਗੱਲ ਆਖ ਰਿਹਾ, ਬੇਨਤੀ ਵਖਾਣ ਦਿਆਂ, ਤੇਰੇ ਤੋਂ ਬਿਨਾਂ ਸਭ ਕੁਝ ਝੂਠ ਹੀ ਝੂਠ ਹੈ। ਵੇਖੋ ਜਦੋਂ ਭਗਤ ਬਾਣੀ ਨੂੰ ਪੜ੍ਹਿਆ ਤੇ ਭਗਤ ਬਾਣੀ ਨੇ ਇਸ ਗੱਲ ਦੀ ਪ੍ਰੋੜਤਾ ਕਰਤੀ, ਕਹਿੰਦੇ ਖੂਬ 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 ਤੇਰੋ ਨਾਉ। ਫਿਰ ਆਖਿਆ ਜਿੱਥੇ ਰੱਬ ਜੀ ਤੇਰਾ ਨਾਮ ਖੂਬ ਹੈ ਨਾ, ਉੱਥੇ ਝੂਠ 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 ਦੁਨੀ ਗੁਮਾਨ। ਇਹ ਜੰਨਾ ਦੁਨੀਆ ਦਾ ਗੁਮਾਨ ਹੈ, ਸਭ ਕੁਝ ਹੀ ਝੂਠ ਹੈ, ਮਿੱਥਿਆ ਹੋਇਆ, ਨਾਸ਼ ਹੋ ਜਾਣ ਵਾਲਾ। ਝੂਠ ਤੋਂ ਮਤਲਬ ਹੈ ਖਤਮ ਹੋ ਜਾਣ ਵਾਲਾ, ਝੂਠ ਤੋਂ ਮਤਲਬ ਹੈ ਜਿਹਨੇ ਚਲੇ ਜਾਣਾ ਹੈ। ਤੇ ਉਹਦੇ ਪ੍ਰਤੀ ਗੁਰੂ ਤੇਗ ਬਹਾਦਰ ਸਾਹਿਬ ਆਖਦੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮਤਲਬ ਸਮਾਜ ਉੱਤੇ ਅਸੀਂ ਜੇ ਆਪਣੀ ਗੱਲ ਵੀ ਕਰਾਂਗੇ ਤੇ ਅਸੀਂ ਉਪਜੇ ਹਾਂ, ਅਸੀਂ ਪੈਦਾ ਹੋਏ ਹਾਂ, ਸਾਨੂੰ ਜਨਮ ਮਿਲਿਆ ਜਾਂ ਅਸੀਂ ਜਨਮ ਲਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਫੈਸਲਾ ਵੀ ਜਿਹੜਾ ਜਨਮ ਲੈਂਦਾ ਉਹਦੀ ਮੌਤ ਵੀ ਹੁੰਦੀ ਹੈ, ਜਿਹੜਾ ਪੈਦਾ ਹੁੰਦਾ ਉਹ ਨਾਸ਼ ਵੀ ਹੁੰਦਾ ਹੈ, ਜਿਹੜਾ ਉਪਜਦਾ ਹੈ ਉਗਰਦਾ ਹੈ ਉਹ ਇੱਕ ਦਿਨ ਸੁੱਕਦਾ ਵੀ ਹੈ, ਪੱਟਿਆ ਵੀ ਜਾਂਦਾ ਹੈ। ਉਹ ਜਿਹੜਾ ਬਣਦਾ ਹੈ ਉਹ ਇੱਕ ਦਿਨ ਢਹਿ ਵੀ ਜਾਂਦਾ ਹੈ, ਜਿਹੜਾ ਚੱਲ ਰਿਹਾ ਉਹ ਇੱਕ ਦਿਨ ਰੁਕ ਵੀ ਜਾਏਗਾ, ਜਿਹੜਾ ਵਹਿ ਰਿਹਾ ਹੈ ਉਹ ਇੱਕ ਦਿਨ ਸੁੱਕ ਵੀ ਜਾਏਗਾ। ਇਹ ਸੱਚ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਨਦੀਆਂ ਬੜੀਆਂ ਵਹਿੰਦੀਆਂ ਸਨ, ਸੁੱਕ ਗਈਆਂ। ਬੜੇ ਦਰਿਆ ਚੱਲਦੇ ਸੀ, ਸੁੱਕ ਗਏ। ਕਿੰਨੇ ਮਨੁੱਖ ਆਏ ਸੀ, ਕਿੰਨੇ ਚਲੇ ਗਏ। ਕਿੰਨੇ ਇਨਸਾਨ ਚੱਲਦੇ ਚੱਲਦੇ ਰੁਕ ਜਾਂਦੇ ਨੇ। ਇਹ ਤੇ ਨਹੀਂ ਵੀ ਇਨਸਾਨ ਤੁਰਿਆ ਜਾਂਦਾ, ਚੱਲੀ ਜਾਂਦਾ, ਉਹ ਕਦੇ ਰੁਕਿਆ ਨਹੀਂ। ਜਿੱਥੇ ਆਪਾਂ ਜ਼ਿੰਦਗੀ ਦਾ ਇੱਕ ਪਹਿਲੂ ਵੇਖਦੇ ਹਾਂ, ਉੱਥੇ ਨਾਲ ਦੂਜਾ ਪਹਿਲੂ ਉਹਦੇ ਖੜੋਤਾ ਹੈ। ਉਸ ਦੂਜੇ ਪਹਿਲੂ ਕਰਕੇ ਸਾਨੂੰ ਪਹਿਲੇ ਪਹਿਲੂ ਦੀ ਸਮਝ ਆਉਂਦੀ, ਪਹਿਲੇ ਹਿੱਸੇ ਦੀ ਸਮਝ ਆਉਂਦੀ ਹੈ। ਜੇ ਦੂਜਾ ਹਿੱਸਾ ਨਾ ਹੋਵੇ, ਸਾਨੂੰ ਪਹਿਲੇ ਦੀ ਵੀ ਸਮਝ ਨਾ ਆਵੇ। ਸਾਨੂੰ ਚੱਲਣ ਬਾਰੇ ਤਾਂ ਪਤਾ ਲੱਗਾ ਕਿਉਂਕਿ ਅਸੀਂ ਰੁਕੇ ਨੂੰ ਵੀ ਸਮਝਿਆ, ਰੁਕੇ ਹੋਏ ਨੂੰ ਵੀ ਅਸੀਂ ਮਹਿਸੂਸ ਕੀਤਾ। ਜੇ ਸਾਨੂੰ ਰੁਕਿਆ ਹੋਇਆ ਹੀ ਅਸੀਂ ਮਹਿਸੂਸ ਨਾ ਕਰਦੇ, ਸਾਨੂੰ ਕੀ ਪਤਾ ਵੀ ਇੱਕ ਇੱਕ ਕਦਮ ਤੁਰਨਾ ਇਹਨੂੰ ਚੱਲਣਾ ਕਹਿੰਦੇ ਨੇ, ਜਾਂ ਇਹ ਜੀਵ ਚੱਲ ਰਿਹਾ। ਪਹਿਲੋਂ ਅਸੀਂ ਰੁਕੇ ਹੋਏ ਖੜੇ ਹੋਏ ਜੀਵ ਨੂੰ ਵੇਖਿਆ, ਫਿਰ ਅਸੀਂ ਚੱਲਦੇ ਨੂੰ ਵੇਖਿਆ, ਜਾਂ ਇਉਂ ਕਹਿ ਲਈਏ ਅਸੀਂ ਚੱਲਦੇ ਨੂੰ ਵੇਖਿਆ, ਫਿਰ ਦੂਜੇ ਪਰਸਨ ਵੱਲ ਝਾਤ ਮਾਰੀ, ਉਹ ਇੱਕ ਜਗ੍ਹਾ ਤੇ ਸਥਿਰ ਸੀ, ਅਸੀਂ ਕਹਿਤਾ ਵੀ ਇਹ ਖੜਿਆ ਹੋਇਆ। ਸਾਨੂੰ ਦੋਵਾਂ ਹਿੱਸਿਆਂ ਦਾ ਪਤਾ ਲੱਗਾ। ਖੈਰ, ਮਲਕ ਪਾਤਸ਼ਾਹ ਜੀ ਨੇ ਅੱਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ੍ਰਤੀ ਜੋ ਭੱਟ ਮਥੁਰਾ ਜੀ ਨੇ ਬਚਨ ਆਖੇ, ਉਹਨਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਜ਼ਿਕਰ ਕਰਦਿਆਂ ਹੋਇਆਂ ਇੱਕ ਫੈਸਲਾ ਦਿੱਤਾ, ਤੇ ਉਹਦੇ ਵਿੱਚ ਕੋਈ ਅਤਕਥਨੀ ਜਾਂ ਝੂਠ ਨਹੀਂ ਹੈ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਪ੍ਰਤੀ ਉਹਨਾਂ ਬਚਨ ਆਖੇ, ਕਹਿੰਦੇ ਸਤ ਰੂਪ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਹੜੀ ਤੁਹਾਡਾ ਸਵਰੂਪ ਹੈ ਨਾ, ਜਿਹੜੀ ਤੁਹਾਡੀ ਹਸਤੀ ਹੈ, ਕੀ ਹੈ? ਸਤ ਹੈ, ਸਦੀਵ ਰਹਿਣ ਵਾਲੀ ਹੈ, ਕਦੇ ਨਾਸ਼ ਹੋਣ ਵਾਲੀ ਨਹੀਂ ਹੈ।
ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ। ਤੁਹਾਡਾ ਨਾਮ ਵੀ ਸਦਾ ਅਟਲ ਰਹਿਣ ਵਾਲਾ, ਤੁਹਾਡਾ ਨਾਮ ਕਦੇ ਨਾਸ਼ ਨਹੀਂ ਹੋਏਗਾ। ਤੇ ਤੁਸੀਂ ਆਪਣੇ ਜੀਵਨ ਦੇ ਅੰਦਰ ਸਤ ਔਰ ਸੰਤੋਖ ਜਿਹੜਾ ਉਹਨੂੰ ਧਾਰਨ ਕਰਕੇ ਰੱਖਿਆ ਹੋਇਆ, ਆਪਣੇ ਹਿਰਦੇ ਦੇ ਵਿੱਚ ਤੁਸੀਂ ਸਤ ਅਤੇ ਸੰਤੋਖ ਜਿਹੜਾ ਉਹ ਧਾਰਨ ਕੀਤਾ। ਹੁਣ ਖਿਆਲ ਕਰਿਓ, ਸੱਚ ਨਾਲ ਜੁੜਨ ਵਾਲਾ ਹੀ ਸੱਚਾ ਬਣਦਾ ਹੈ, ਸੱਚ ਨਾਲ ਜੁੜਨ ਵਾਲਾ ਹੀ ਸਦੀਵ ਰਹਿੰਦਾ ਹੈ। ਜਦੋਂ ਅਸੀਂ ਚੱਲ ਰਹੇ ਕਿਸੇ ਵੀ ਵਸਤੂ ਦੇ ਨਾਲ ਜੁੜਾਂਗੇ, ਸੁਭਾਵਿਕ ਜਿਹੀ ਬਾਤ ਹੈ ਸਾਨੂੰ ਵੀ ਮੂਵਮੈਂਟ ਕਰਨੀ ਪਏਗੀ, ਤੁਰਨਾ ਪਏਗਾ, ਚੱਲਣਾ ਪਏਗਾ। ਜਦੋਂ ਅਸੀਂ ਕਿਸੇ ਖੜੀ ਹੋਈ ਵਸਤੂ ਦਾ ਸਹਾਰਾ ਲੈਨੇ ਆ, ਉਦੋਂ ਆਪਣੇ ਆਪ ਸਾਨੂੰ ਸਥਿਰਤਾ ਟਿਕਾ ਜਿਹੜਾ ਉਹ ਮਿਲ ਜਾਂਦਾ। ਨਾਲ ਇਹ ਵੀ ਖਿਆਲ ਰੱਖਿਓ, ਜਦੋਂ ਅਸੀਂ ਝੂਠੇ ਪਦਾਰਥਾਂ ਦਾ ਸਹਾਰਾ ਲੈਨੇ ਆ ਤੇ ਇੱਕ ਦਿਨ ਐਸਾ ਆਉਂਦਾ ਵੀ ਝੂਠੇ ਪਦਾਰਥਾਂ ਦਾ ਸਹਾਰਾ ਲੈਂਦਿਆਂ ਅਸੀਂ ਖੁਦ ਝੂਠ ਬਣ ਜਾਈਦਾ, ਅਸੀਂ ਖੁਦ ਇੱਕ ਕੂੜ ਦੀ ਹਸਤੀ ਬਣ ਜਾਂਦੇ ਆ। ਤੇ ਜਦੋਂ ਬਿਲਕੁਲ ਆਪੋਜ਼ਿਟ ਇਹਦੇ ਅਸੀਂ ਸੱਤ ਦਾ ਸਹਾਰਾ ਲੈਨੇ ਆ, ਜਿਵੇਂ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਸੀ ਨਾ, ਜਿੱਥੇ ਉਹਨਾਂ ਜ਼ਿਕਰ ਕਰਦਿਆਂ ਹੋਇਆਂ ਆਖਿਆ ਸੀ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉਬਰੇ ਨਾਨਕ ਅਜਬ ਡਿਠ। ਇੱਕ ਅਜੀਬੋ ਗਰੀਬ ਦ੍ਰਿਸ਼ ਕਹਿੰਦੇ ਵੇਖਿਆ ਮੈਂ, ਕਿ ਦੋ ਚੱਕੀ ਦੇ ਪੁੜ ਨੇ, ਉਹਨਾਂ ਵਿੱਚ ਕਣਕਾਂ ਦੇ ਦਾਣੇ ਜਿਹੜੇ ਉਹ ਪਾਏ ਗਏ, ਉਹ ਪੁੜ ਚੱਕੀ ਦੇ ਚੱਲੇ ਤੇ ਦਾਣੇ ਪੀਸੇ ਗਏ, ਆਟਾ ਬਣ ਗਿਆ। ਤੇ ਉਹਨਾਂ ਵਿੱਚੋਂ ਕੁਝ ਕੁ ਦਾਣੇ ਐਸੇ ਵੀ ਨੇ ਜਿਹੜੇ ਬਚ ਗਏ, ਜਿਹੜੇ ਪੀਸੇ ਨਹੀਂ ਗਏ। ਉਹਨਾਂ ਦੇ ਬਚਣ ਦਾ ਕਾਰਨ ਸੀ ਉਹ ਦਰ ਰਹੇ, ਉਹ ਦਰ ਦੇ ਨਾਲ ਜੁੜੇ ਰਹੇ, ਉਹ ਕਿੱਲੀ ਦੇ ਨਾਲ ਜੁੜੇ ਰਹੇ, ਜਿਹਦੇ ਕਰਕੇ ਦੋਵੇਂ ਪੁੜ ਜੁੜੇ ਸਨ। ਤੇ ਉਹ ਜਿੰਨਾ ਚਿਰ ਉਹਦੇ ਨਾਲ ਜੁੜੇ ਰਹੇ, ਉਹਨਾਂ ਚਿਰ ਉਹਨਾਂ ਦਾ ਬਚਾ ਰਿਹਾ, ਉਹਨਾਂ ਚਿਰ ਉਹ ਪੀਸਣ ਤੋਂ ਬਚ ਗਏ। ਮਤਲਬ ਇਹ ਆ ਸੰਸਾਰ, ਆਕਾਸ਼ ਔਰ ਧਰਤੀ ਦੋ ਪੁੜ ਨੇ, ਪਰਮਾਤਮਾ ਇਹਨਾਂ ਦਾ ਸਹਾਰਾ, ਉਹਦਾ ਹੁਕਮ ਇਹਨਾਂ ਦਾ ਸਹਾਰਾ ਹੈ। ਜਿਹੜਾ ਤੇ ਇਹਨਾਂ ਪੁੜਾਂ ਦੇ ਅਧੀਨ ਆ ਜਾਂਦਾ ਉਹ ਪੀਸਿਆ ਜਾਂਦਾ, ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ। ਤੇ ਜਿਹੜਾ ਉਸ ਦੇ ਹੁਕਮ ਦਾ ਸਹਾਰਾ ਲੈ ਲੈਂਦਾ, ਅਕਾਲ ਪੁਰਖ ਪਰਮੇਸ਼ਵਰ ਜਿਹਨੂੰ ਧੁਰਾ ਕਹਿ ਸਕਦੇ ਆ, ਉਹ ਧੁਰੇ ਦਾ ਆਸਰਾ ਜਿਹੜਾ ਲੈ ਲੈਂਦਾ ਉਹ ਨਾਸ਼ ਹੋਣ ਤੋਂ ਬਚ ਜਾਂਦਾ, ਉਹ ਸਦੀਵ ਰਹਿਣ ਵਾਲਾ ਕਹਿ ਲਈਏ ਜਾਂ ਅਟਲ ਉਹ ਬਣ ਜਾਂਦਾ। ਜਿਵੇਂ ਉਹ ਦਾਣੇ ਕਦੇ ਪੀਸੇ ਨਹੀਂ ਗਏ ਜਿਹੜੇ ਕਿੱਲੀ ਨਾਲ ਲੱਗੇ ਨੇ, ਜੇ ਉਹਨਾਂ ਨੂੰ ਪੀਸਣਾ ਹੈ ਤੇ ਉਹਨਾਂ ਨੂੰ ਪੀਸਣ ਲਈ ਪਹਿਲੋਂ ਪੁੜ ਚੁੱਕ ਕੇ ਤੇ ਦਾਣੇ ਕੱਢ ਕੇ ਫਿਰ ਪੁੜਾਂ ਹੇਠਾਂ ਦੇਣੇ ਪੈਣਗੇ, ਫਿਰ ਕਿਤੇ ਜਾ ਕੇ ਉਹ ਦਾਣੇ ਪੀਸੇ ਜਾਣਗੇ ਤੇ ਆਟਾ ਬਣੇਗਾ। ਇਸੇ ਤਰ੍ਹਾਂ ਜਿੰਨਾ ਚਿਰ ਜੀਵ ਸਮਾਜ ਵਿੱਚ ਜਿਉਂਦਾ ਹੋਇਆ ਅਕਾਲ ਪੁਰਖ ਪਰਮੇਸ਼ਵਰ ਦੇ ਸਹਾਰੇ ਤੇ ਭਰੋਸੇ ਉੱਤੇ ਜਿਉਂਦਾ ਹੈ, ਉਹਨਾਂ ਚਿਰ ਇਹਦੀ ਜ਼ਿੰਦਗੀ ਦੀ ਆਸ ਵੀ ਬੱਝੀ ਰਹਿੰਦੀ ਹੈ ਤੇ ਇਹਦੀ ਸਥਿਰਤਾ ਦੀ ਆਸ ਵੀ ਬੱਝੀ ਰਹਿੰਦੀ ਹੈ। ਪਰ ਜੇ ਇਹ ਅਕਾਲ ਪੁਰਖ ਪਰਮੇਸ਼ਵਰ ਨੂੰ ਛੱਡ ਕੇ, ਧੁਰੇ ਨੂੰ ਛੱਡ ਕੇ ਕਿਤੇ ਪੁੜਾਂ ਦੇ ਹੇਠਾਂ ਆਪਣੀ ਤਾਕਤ, ਆਪਣਾ ਬਲ ਅਜ਼ਮਾਉਣ ਦੀ ਕੋਸ਼ਿਸ਼ ਯਤਨ ਕਰੇ, ਇਹ ਵੀ ਨਾਸ਼ ਹੋ ਜਾਂਦਾ, ਇਹਦਾ ਬਲ ਵੀ ਨਾਸ਼ ਹੋ ਜਾਂਦਾ, ਇਹਦੀ ਹਰ ਤਰ੍ਹਾਂ ਦੀ ਸਮਰੱਥਾ ਵੀ ਮੁੱਕ ਜਾਂਦੀ ਹੈ ਤੇ ਆਪਣਾ ਜੀਵਨ ਜਿਹੜਾ ਉਹਨੂੰ ਵੀ ਬਰਬਾਦ ਕਰ ਲੈਂਦਾ, ਖਤਮ ਕਰ ਲੈਂਦਾ। ਤੇ ਸਤਿਗੁਰੂ ਜੀ ਨੇ ਇਸੇ ਕਰਕੇ ਸਾਨੂੰ ਸਮਝਾਉਂਦਿਆਂ ਇਹ ਗੱਲ ਦਰਸਾਈ ਸੀ ਕਿ ਸਮਾਜ ਨੂੰ ਜਦੋਂ ਆਪਾਂ ਵੇਖਦੇ ਹਾਂ ਤੇ ਸਮਾਜ ਕੀ ਹੈ, ਇਹ ਫਨਾ ਹੋ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ ਹੈ। ਦੁਨੀਆ ਦਾ ਕੋਈ ਐਸਾ ਪਦਾਰਥ ਨਹੀਂ ਜਿਹੜਾ ਕਦੇ ਨਾ ਨਾਸ਼ ਹੋਵੇ। ਸਤਿਗੁਰੂ ਜੀ ਨੇ ਤੇ ਬਾਣੀ 'ਚ ਇੱਥੋਂ ਤੱਕ ਜ਼ਿਕਰ ਕਰਦਿਆਂ ਆਖਿਆ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਦੋਂ ਇਹਦੇ ਤੋਂ ਪਹਿਲਾਂ ਸਤਿਗੁਰੂ ਜੀ ਦੇ ਬਚਨਾਂ ਨੂੰ ਪੜ੍ਹਿਆ ਤੇ ਉਦੋਂ ਮਾਲਕ ਨੇ ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਜਿਹੜੀਆਂ ਬਹੁਤ ਪੂਜਣਯੋਗ ਹਸਤੀਆਂ, ਸਮਾਜ ਨੇ ਪੂਜਿਆ ਤੱਕ ਜਿਨ੍ਹਾਂ ਨੂੰ। ਤੇ ਸਤਿਗੁਰੂ ਕਹਿੰਦੇ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਇਹ ਸਾਰੇ ਦਾ ਸਾਰਾ ਸੰਸਾਰ ਇੱਕ ਸੁਪਨਾ ਤੇ ਇਹਦੇ ਵਿੱਚ ਆਉਣ ਵਾਲੀ ਹਰ ਇੱਕ ਹਸਤੀ ਸੁਪਨੇ ਦੇ ਵਾਂਗੂ ਖਤਮ ਹੁੰਦੀ ਜਾ ਰਹੀ, ਨਾਸ਼ ਹੁੰਦੀ ਜਾ ਰਹੀ ਹੈ। ਅੱਜ ਗੁਰੂ ਅਰਜਨ ਸਾਹਿਬ ਪ੍ਰਤੀ ਮਾਲਕ ਜੀ ਦੇ ਸ਼ੋਭਾ ਪ੍ਰਤੀ ਭੱਟ ਮਥੁਰਾ ਜੀ ਨੇ ਜਿਹੜੇ ਬਚਨ ਆਖੇ, ਗੁਰੂ ਅਰਜਨ ਸਾਹਿਬ ਆਪ ਜੀ ਦਾ ਰੂਪ ਸੱਤ ਹੈ, ਮਤਲਬ ਆਪ ਸਦੀਵ ਰਹਿਣ ਵਾਲੇ ਹੋ। ਹੁਣ ਜਦੋਂ ਇਸ ਸਵਈਏ ਨੂੰ ਤੁਸੀਂ ਪੜ੍ਹਨਾ ਨਾ, ਇਹਨੂੰ ਸਮਝਣਾ ਹੈ ਤੇ ਇੱਕ ਸੁਖਾਲਾ ਜਿਹਾ ਤਰੀਕਾ ਨਾਲ ਅਸੀਂ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਵੀ ਵਾਚਦੇ ਚੱਲੀਏ, ਕਿਉਂਕਿ ਸਤਿਗੁਰੂ ਅਰਜਨ ਦੇ ਪਾਤਸ਼ਾਹ ਦੇ ਜੀਵਨ ਵਿੱਚੋਂ ਆ ਹਰ ਇੱਕ ਗੁਣ
ਜਿਹੜਾ ਭੱਟ ਮਥੁਰਾ ਜੀ ਨੇ ਅੱਜ ਬਿਆਨ ਕੀਤਾ ਨਾ, ਉਹ ਸਤਿਗੁਰੂ ਜੀ ਦੇ ਜੀਵਨ ਵਿੱਚੋਂ ਹਰ ਜਗ੍ਹਾ ਤੇ ਨਜ਼ਰ ਆਉਂਦਾ। ਆਪਾਂ ਜਦੋਂ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਦੇ ਵੇਲੇ ਇੱਕ ਫਕੀਰ ਹੋਏ ਜਿਨ੍ਹਾਂ ਨੂੰ ਆਪਾਂ ਸਾਈਂ ਮੀਆਂ ਮੀਰ ਕਰਕੇ ਜਾਣਦੇ, ਜਿਨ੍ਹਾਂ ਤੋਂ ਸਤਿਗੁਰੂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ, ਜੋ ਇਤਿਹਾਸ ਗਵਾਹੀ ਭਰਦਾ ਹੈ। ਇਹਨਾਂ ਨਾਲ ਬੜਾ ਪ੍ਰੇਮ ਹੈ ਸਤਿਗੁਰੂ ਪਾਤਸ਼ਾਹ ਦਾ, ਬੜੀ ਨੇੜਤਾ। ਸਾਈਂ ਮੀਆਂ ਮੀਰ ਜੀ ਬਹੁਤ ਸਮਾਂ, ਮਤਲਬ ਬਹੁਤਾ ਚਿਰ ਨਹੀਂ, ਬਹੁਤਾ ਲੰਮਾ ਸਮਾਂ ਦਾ ਵਿੱਥ ਨਹੀਂ ਪਾਉਂਦੇ ਵੀ ਇੱਕ ਦਿਨ 2 ਦਿਨਾਂ ਬਾਅਦ ਛੱਡ ਕੇ ਗੁਰੂ ਅਰਜਨ ਸਾਹਿਬ ਨੂੰ ਮਿਲਣ ਵਾਸਤੇ ਆ ਹੀ ਜਾਂਦੇ ਨੇ। ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਦਰਸ਼ਨ ਕਰਨੇ। ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਕਿਤੇ ਜਾਣਾ ਤੇ ਇਹ ਨਹੀਂ ਵੀ ਇਕੱਲੇ ਸਾਈਂ ਮੀਆਂ ਮੀਰ ਜੀ ਆਉਂਦੇ ਸਨ, ਮਾਲਕ ਦਾ ਇੰਨਾ ਪ੍ਰੇਮ ਸੀ ਵੀ ਸਤਿਗੁਰੂ ਆਪ ਵੀ ਉਹਨਾਂ ਨੂੰ ਮਿਲਣ ਵਾਸਤੇ ਚਲੇ ਜਾਂਦੇ ਸਨ, ਕਿਉਂਕਿ ਹਸਤੀ ਬੜੀ ਪਿਆਰੀ ਹੈ ਸਾਈਂ ਮੀਆਂ ਮੀਰ ਜੀ ਦੀ ਵੀ। ਹੁਣ ਜਿੱਥੇ ਉਹਨਾਂ ਦੀ ਹਸਤੀ ਦੀ ਬਾਤ ਕਰਦੇ ਆ ਨਾ, ਤੇ ਕਿਤੇ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜੋ, ਮਲਕ ਪਾਤਸ਼ਾਹ ਦੇ ਜੀਵਨ ਵਿੱਚ ਇਕੱਲੇ ਸਾਈਂ ਮੀਆਂ ਮੀਰ ਨਹੀਂ, ਹੋਰ ਵੀ ਕਈ ਪੀਰ, ਕਈ ਫਕੀਰ, ਕਈ ਸਿਲਸਿਲੇ ਜਿਹੜੇ ਨਾ, ਉਹ ਗੁਰੂ ਅਰਜਨ ਸਾਹਿਬ ਦੇ ਕੋਲ ਚੱਲ ਕੇ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ, ਉਹਨਾਂ ਦੇ ਦੀਦਾਰ ਕਰਨ ਵਾਸਤੇ ਆਉਂਦੇ। ਇਹੋ ਕਾਰਨ ਹੈ ਕਿ ਜਦੋਂ ਤੁਝ ਕੇ ਜਹਾਂਗੀਰੀ ਵਿੱਚ ਜਹਾਂਗੀਰ ਲਿਖਦਾ ਤੇ ਉਹ ਕਹਿੰਦਾ ਵੀ ਇੱਕ ਅਰਜਨ ਨਾਮ ਦਾ ਗੁਰੂ ਬਣ ਕੇ ਬੈਠਾ ਹੈ, ਤੇ ਉਹਨੇ ਆਪਣੀ ਝੂਠ ਦੀ ਦੁਕਾਨ ਜਿਹੜੀ ਉਹਨੂੰ ਬੜਿਆਂ ਗਰਮ ਕੀਤਾ ਹੋਇਆ, ਸਰਗਰਮ ਕੀਤਾ ਹੋਇਆ ਉਹਨੇ ਝੂਠ ਦੀ ਦੁਕਾਨ ਨੂੰ, ਤੇ ਉਹਦੇ ਵਿੱਚ ਕੁਝ ਕੁ ਮੂਰਖ ਲੋਕ ਜਿਹੜੇ ਉਹ ਸਾਡੇ ਧਰਮ ਵਾਲੇ ਵੀ ਉਹਦੇ ਮਗਰ ਲੱਗ ਕੇ ਉਹਦੀ ਸਿੱਖੀ ਜਿਹੜੀ ਉਹਨੂੰ ਧਾਰਨ ਕਰਦੇ ਜਾ ਰਹੇ ਨੇ, ਕਾਫਰਾਂ ਦੀ ਬੋਲੀ ਬੋਲਦੇ ਪਏ ਨੇ। ਇਹ ਜਹਾਂਗੀਰ ਆਪਣੀ ਜੀਵਨੀ ਵਿੱਚ ਲਿਖਦਾ ਗੁਰੂ ਅਰਜਨ ਸਾਹਿਬ ਦੇ ਖਿਲਾਫ, ਕਿਉਂਕਿ ਜਦੋਂ ਵੇਖਿਆ ਜਹਾਂਗੀਰ ਨੇ, ਉਹਨੂੰ ਨਜ਼ਰ ਕੀ ਆਉਂਦਾ ਵੀ ਕੋਈ ਪੀਰ, ਕੋਈ ਫਕੀਰ ਜਿਹੜਾ ਰੱਬ ਨੂੰ ਮੰਨਣ ਵਾਲਾ, ਖੁਦਾ ਨੂੰ ਮੰਨਣ ਵਾਲਾ, ਖੁਦਾ ਦੀ ਆਰਾਧਨਾ ਕਰਨ ਵਾਲਾ, ਉਹ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਅੱਗੇ ਆਪਣਾ ਸੀਸ ਨਵਾ ਦਿੰਦਾ, ਗੁਰੂ ਅਰਜਨ ਸਾਹਿਬ ਅੱਗੇ ਆਪ ਝੁਕ ਜਾਂਦਾ। ਬੜੀ ਹੈਰਾਨੀ ਦੀ ਬਾਤ ਹੈ। ਕੱਲਾ ਗੁਰੂ ਕੇ ਸਿੱਖ ਹੀ ਨਹੀਂ, ਸਨਾਤਨ ਧਰਮ ਦੇ, ਇਸਲਾਮ ਧਰਮ ਦੇ ਲੋਕ ਵੀ ਉਦੋਂ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਦਰ ਤੇ ਆਉਂਦੇ ਨੇ ਤੇ ਉਹ ਆ ਕੇ ਮਾਲਕ ਜੀ ਦੇ ਅੱਗੇ ਸੀਸ ਨਵਾਉਂਦੇ। ਹੁਣ ਸੁਭਾਵਿਕ ਜਿਹੀ ਬਾਤ ਹੈ, ਜਿਹੜਾ ਸ਼ਖਸ ਚੱਲ ਕੇ ਆਇਆ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ, ਉਹ ਆ ਕੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਰੋਜ਼ਾਨਾ ਦੇ ਨੇਮ ਜਿਹੜੇ ਉਹਨਾਂ ਨੂੰ ਵੀ ਵੇਖਦਾ ਹੋਏਗਾ, ਰੋਜ਼ਾਨਾ ਦੀਆਂ ਜਿਹੜੀਆਂ ਉੱਥੇ ਕੌਤਕ ਚੱਲ ਰਹੇ ਨੇ ਜਾਂ ਰੋਜ਼ਾਨਾ ਦੇ ਜਿਹੜੇ ਕਰਮ ਗੁਰੂ ਘਰ ਵਿੱਚ ਨੇ ਚੱਲ ਰਹੇ, ਉਹ ਸਾਰੇ ਦੇ ਸਾਰੇ ਕਰਮਾਂ ਨੂੰ ਵੀ ਵੇਖਦਾ ਹੋਏਗਾ। ਜਿੰਨੀਆਂ ਗਤੀਵਿਧੀਆਂ ਗੁਰੂ ਘਰ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਨੂੰ ਵੇਖਦੇ ਨੇ। ਜਿੱਥੇ ਉਹ ਗੁਰੂ ਘਰ ਵਿੱਚ ਹੋਣ ਵਾਲੇ ਹਰ ਕਾਰਜ ਨੂੰ, ਗਤੀਵਿਧੀ ਨੂੰ ਵੇਖਦੇ ਨੇ, ਉੱਥੇ ਉਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਸੁਭਾਅ ਨੂੰ ਵੀ ਵੇਖਦੇ, ਮਾਲਕ ਦੇ ਨੇਚਰ ਨੂੰ ਵੀ ਵੇਖਦੇ ਨੇ। ਕਿਉਂਕਿ ਜਦੋਂ ਆਪਾਂ ਕਿਸੇ ਦੇ ਨੇਚਰ ਦੀ ਗੱਲ ਕਰਦੇ ਹਾਂ, ਆਪਾਂ ਚੱਲ ਕੇ ਉਹਦੇ ਕੋਲ ਜਾਵਾਂਗੇ, ਉਹਦੇ ਬੋਲ ਚਾਲ ਤੋਂ, ਉਹਦੇ ਬੋਲਣ ਦੇ ਤਰੀਕੇ ਤੋਂ, ਆਪਣੇ ਪਾਸ ਖੜੋਤੇ ਹੋਏ ਲੋਕਾਂ ਨਾਲ ਵਿਚਰਨ ਦੇ ਤਰੀਕੇ ਤੋਂ, ਆਪਣੇ ਪਾਸ ਖੜੋਤੇ ਹੋਏ ਲੋਕਾਂ ਨਾਲ ਬਾਤਚੀਤ ਕਰਨ ਤੋਂ, ਜਾਂ ਉਹਦੇ ਉੱਠਣ ਤੇ ਬੈਠਣ ਤੋਂ ਉਹਦੇ ਸੁਭਾਅ ਦਾ ਕਿਤੇ ਨਾ ਕਿਤੇ ਅੰਦਾਜ਼ਾ ਲੱਗ ਜਾਂਦਾ ਹੈ। ਜਦੋਂ ਇਹ ਸਾਰੇ ਤੇ ਪੀਰ ਫਕੀਰ ਜਿੰਨੇ ਵੀ ਨੇ, ਜਦੋਂ ਇਹ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਕੋਲ ਆਉਂਦੇ, ਸਾਈਂ ਮੀਆਂ ਮੀਰ ਜੀ ਦੇ ਨਾਲ ਵੀ ਆਉਂਦੇ ਨੇ, ਉਹਨਾਂ ਤੋਂ ਬਿਨਾਂ ਵੀ ਚੱਲ ਕੇ ਕਈ ਆਉਂਦੇ, ਤੇ ਆ ਕੇ ਗੁਰੂ ਅਰਜਨ ਸਾਹਿਬ ਜੀ ਦਾ ਸੁਭਾਅ ਵੀ ਵੇਖਦੇ, ਮਾਲਕ ਪਾਤਸ਼ਾਹ ਜੀ ਦੇ ਸੰਗਤ ਨਾਲ ਪ੍ਰੇਮ ਨੂੰ ਵੇਖਦੇ, ਸਤਿਗੁਰੂ ਜੀ ਦੀਆਂ ਜਿਹੜੀਆਂ ਗੁਰੂ ਦਰਬਾਰ ਦੀਆਂ ਗਤੀਵਿਧੀਆਂ ਉਹਨਾਂ ਨੂੰ ਵੇਖਦੇ, ਤੇ ਵੇਖ ਕੇ ਸਾਰੇ ਦੇ ਸਾਰੇ ਬੜੇ ਹੈਰਾਨ ਹੁੰਦੇ। ਤੇ ਹੈਰਾਨ ਹੋ ਕਰਕੇ ਰਸਨਾ ਤੋਂ ਇੱਕ ਗੱਲ ਆਪ ਖੁਦ ਆਖਦੇ, ਜਿਹੜੇ ਸਨਾਤਨ ਧਰਮਾਂ ਨਾਲ ਸੰਬੰਧ ਰੱਖਣ ਵਾਲੇ, ਕਿ ਇਹ ਖੁਦ ਸਤ ਦਾ ਰੂਪ ਨੇ, ਅਕਾਲ ਦਾ ਰੂਪ ਨੇ, ਖੁਦਾ ਦਾ ਰੂਪ ਨੇ, ਇਹ ਕਦੇ ਨਾਸ਼ ਹੋਣ ਵਾਲੇ ਨਹੀਂ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਜਦੋਂ ਭੱਟ ਮਥੁਰਾ ਜੀ ਨੇ ਵੇਖਿਆ, ਤੇ ਉਹਨਾਂ ਨੇ ਵੇਖ ਕੇ ਵੀ ਇਹ ਗੱਲ ਆਖੀ ਵੀ ਸਤਿਗੁਰੂ ਜੀ, ਆਪ ਜੀ ਦਾ ਸਰੂਪ ਸੱਚਮੁੱਚ ਸੱਤ ਦਾ ਇੱਕ ਬੜਾ ਵੱਡਾ ਖਜ਼ਾਨਾ ਹੈ, ਸੱਚ ਦਾ ਬੜਾ ਵੱਡਾ ਇੱਕ ਟਿਕਾਣਾ ਹੈ। ਦੁਨੀਆ ਦੀ ਹਰ ਚੀਜ਼ ਨਾਸ਼ ਹੋ ਸਕਦੀ ਹੈ, ਦੁਨੀਆ ਦਾ ਹਰ ਪਦਾਰਥ ਖਤਮ ਹੋ ਸਕਦਾ, ਦੁਨੀਆ ਦੀਆਂ ਹਰ ਵਸਤੂਆਂ ਨਾਸ਼ ਹੋ ਜਾਣਗੀਆਂ, ਪਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤੁਸੀਂ ਖੁਦ ਪ੍ਰਤੱਖ ਹਰ ਹੋ, ਖੁਦ ਪਰਮੇਸ਼ਵਰ ਦਾ ਸਰੂਪ ਹੋ, ਤੇ ਤੁਹਾਡਾ ਰੂਪ ਕਦੇ ਨਾਸ਼ ਨਹੀਂ ਹੋਏਗਾ, ਤੁਸੀਂ ਸਦੀਵ ਰਹਿਣ ਵਾਲੇ ਹੋ। ਸਤ ਰੂਪ, ਤੁਹਾਡਾ ਕੱਲਾ ਰੂਪ ਹੀ ਸਤ ਨਹੀਂ ਹੈ। ਫਿਰ ਆਖਿਆ ਧੰਨ ਗੁਰੂ ਅਰਜਨ ਦੇਵ ਜੀ, ਦੁਨੀਆ ਤੇ ਬੜੇ ਨਾਮ, ਵੱਡੇ ਵੱਡੇ ਨਾਮਾਂ ਵਾਲੇ, ਨਾਮ ਨਾ ਖੱਟਣ ਵਾਲੇ ਲੋਕ ਚੱਲ ਕੇ ਆਏ,
ਪਰ ਸਮਾਂ ਪੈਣ ਦੇ ਉੱਤੇ ਉਹਨਾਂ ਦਾ ਨਾਮਨਾ ਵੀ ਸੰਸਾਰ ਤੋਂ ਚਲੇ ਗਿਆ। ਉਹਨਾਂ ਦਾ ਸੰਸਾਰ ਉੱਤੋਂ ਬੋਲਬਾਲਾ ਖਤਮ ਹੋ ਗਿਆ। ਉਹਨਾਂ ਦਾ ਹੁਕਮ ਸੰਸਾਰ ਉੱਤੋਂ ਚੱਲਣਾ ਬੰਦ ਹੋ ਗਿਆ। ਹੁਕਮ ਉਹਨਾਂ ਚਿਰ ਹੀ ਚੱਲਦਾ ਜਿੰਨਾ ਚਿਰ ਬੰਦਾ ਜਿਉਂਦਾ ਹੈ। ਮਰੇ ਬੰਦੇ ਦਾ ਕਦੇ ਹੁਕਮ ਨਹੀਂ ਚੱਲਿਆ। ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਕਦੇ ਨਾਸ਼ ਹੋਣ ਵਾਲੇ ਨਹੀਂ। ਆਪ ਜੀ ਦੀ ਹਸਤੀ ਸਦੀਵ ਹੈ ਤੇ ਆਪ ਜੀ ਦਾ ਹੁਕਮ ਵੀ ਕਦੇ ਨਾਸ਼ ਨਹੀਂ ਹੋਏਗਾ। ਆਪ ਜੀ ਦਾ ਨਾਮ ਵੀ ਸਦੀਵ ਰਹਿਣ ਵਾਲਾ। ਮਤਲਬ ਜੇ ਆਪ ਸਰੀਰ ਕਰਕੇ ਸੰਸਾਰ ਤੋਂ ਚਲੇ ਵੀ ਜਾਂਦੇ ਹੋ ਤੇ ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਆਪ ਜੀ ਦਾ ਹੁਕਮ ਆਪ ਜੀ ਦੇ ਸਰੀਰ ਤੋਂ ਬਾਅਦ ਵਿੱਚ ਵੀ ਮੰਨਿਆ ਜਾਏਗਾ। ਅੱਜ ਆਪਾਂ ਇਸ ਗੱਲ ਨੂੰ ਵੀ ਮਹਿਸੂਸ ਕਰ ਸਕਦੇ ਹਾਂ ਕਿ ਭਾਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਸਰੀਰ ਕਰਕੇ ਸਾਡੇ ਵਿੱਚ ਨਹੀਂ, ਪਰ ਮਾਲਕ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮ, ਸਤਿਗੁਰੂ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਸਿੱਖਿਆਵਾਂ, ਮਾਲਕ ਜੀ ਦੀਆਂ ਬਖਸ਼ਿਸ਼ ਕੀਤੇ ਹੋਏ ਸਾਨੂੰ ਜਿਹੜੇ ਸਿਧਾਂਤ ਨੇ, ਸਤਿਗੁਰੂ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਗੁਰਬਾਣੀ ਰੂਪ ਵਿੱਚ, ਖਜ਼ਾਨੇ ਰੂਪ ਵਿੱਚ ਕਹਿ ਲਈਏ, ਉਹ ਅੱਜ ਵੀ ਸਾਡੇ ਕੋਲ ਮੌਜੂਦ ਨੇ। ਤੇ ਜਿਹੜੇ ਉਹ ਪਦਾਰਥ ਸਤਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਹਰ ਵਕਤ ਗੁਰੂ ਅਰਜਨ ਸਾਹਿਬ ਦੀ ਨੇੜਤਾ ਸਾਨੂੰ ਮਹਿਸੂਸ ਕਰਾਉਂਦੀਆਂ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਅੱਜ ਵੀ ਸਾਡੇ ਵਿੱਚ ਮੌਜੂਦ ਨੇ। ਜਦੋਂ ਆਪਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਸੇ ਵੀ ਬਾਣੀ ਨੂੰ ਪੜ੍ਹਦੇ ਹਾਂ, ਬਹੁਤਾਤ ਆਪਾਂ ਉਹਨਾਂ ਦੀ ਬਾਣੀ ਸੁਖਮਨੀ ਸਾਹਿਬ ਨੂੰ ਪੜ੍ਹਿਆ ਜਾਂਦਾ ਤੇ ਉਹ ਮਾਲਕ ਜੀ ਦੀ ਬਾਣੀ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ ਇਸ ਗੱਲ ਦਾ ਪ੍ਰਗਟਾਵਾ ਕਰਦਾ ਕਿ ਅੱਜ ਵੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸਾਡੇ ਵਿੱਚ ਮੌਜੂਦ ਨੇ। ਉਸ ਤੋਂ ਬਾਅਦ ਚ ਆਮ ਕਰਕੇ ਆਪਾਂ ਸਤਿਗੁਰੂ ਦੀ ਬਾਣੀ 12 ਮਾਹ ਨੂੰ ਜਿਹੜਾ ਉਹ ਵੀ ਬਹੁਤਾਤ ਗਿਣਤੀ ਵਿੱਚ ਪੜ੍ਹਿਆ ਜਾਂਦਾ ਤੇ ਉਹ ਬਾਣੀ ਵੀ ਇਸ ਗੱਲ ਦਾ ਇੱਕ ਬੜਾ ਵੱਡਾ ਸਬੂਤ ਹੈ ਜਾਂ ਇਸ ਗੱਲ ਦਾ ਇੱਕ ਬੜਾ ਵੱਡਾ ਪ੍ਰੂਫ ਹੈ। ਤੇ ਉਹ ਬਾਣੀ ਵੀ ਸਾਨੂੰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਨੇੜਤਾ ਜਿਹੜੀ, ਉਹਨਾਂ ਦੀ ਹੋਂਦ ਜਿਹੜੀ, ਉਹਨੂੰ ਮਹਿਸੂਸ ਕਰਾਉਂਦੀ ਹੈ। ਮਤਲਬ ਇਹ ਹੈ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਆਪ ਜੀ ਦਾ ਰੂਪ ਜਿਹੜਾ ਉਹ ਸਤ ਹੈ, ਸਦੀਵ ਰਹਿਣ ਵਾਲਾ ਹੈ। ਆਪ ਜੀ ਦਾ ਨਾਮ ਸਦੀਵ ਰਹਿਣ ਵਾਲਾ। ਆਪ ਜੀ ਦੀ ਹਸਤੀ ਕਦੇ ਨਾਸ਼ ਨਹੀਂ ਹੋਏਗੀ ਕਿਉਂਕਿ ਆਪ ਜੀ ਨੇ ਸਤ ਦਾ ਸਹਾਰਾ ਆਪਣੇ ਜੀਵਨ ਵਿੱਚ ਲਿਆ। ਸਤ ਸੰਤੋਖ ਧਰਿਓ ਉਰ। ਆਪ ਜੀ ਨੇ ਉਰ ਦੇ ਅੰਦਰ ਹਿਰਦੇ ਦੇ ਵਿੱਚ ਸਤ ਨੂੰ ਧਾਰਨ ਕੀਤਾ। ਸਤ ਤੋਂ ਭਾਵ ਰੱਬੀ ਯਾਦ, ਰੱਬੀ ਚਿੰਤਨ। ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਰੱਬੀ ਚਿੰਤਨ ਆਪਣੇ ਹਿਰਦੇ ਵਿੱਚ ਧਰਿਆ, ਮਤਲਬ ਰੱਬੀ ਯਾਦ ਵਿੱਚ ਆਪਣੇ ਹਿਰਦੇ ਨੂੰ ਜੋੜਿਆ ਤੇ ਉਹ ਰੱਬੀ ਯਾਦ ਵਿੱਚ ਜੁੜਨ ਕਰਕੇ ਆਪ ਜੀ ਦਾ ਰੂਪ ਵੀ ਸਤ ਹੋ ਗਿਆ, ਆਪ ਜੀ ਦਾ ਨਾਮ ਵੀ ਸਤ ਹੋ ਗਿਆ। ਆਪ ਸਦੀਵ ਹਸਤੀ ਦੇ ਮਾਲਕ ਬਣ ਗਏ। ਕਦੇ ਵੀ ਨਾ ਨਾਸ਼ ਹੋਣ ਵਾਲੀ ਹਸਤੀ ਆਪ ਜੀ ਦੀ ਬਣ ਗਈ। ਆਦ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਧੁਰ। ਫਿਰ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਖਸੀਅਤ, ਜਿਸ ਦਿਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ੍ਰਤੀ ਭੱਟ ਸਾਹਿਬਾਨਾਂ ਦੇ ਉਚਾਰਨ ਕੀਤੇ ਹੋਏ ਬੋਲ ਪ੍ਰਾਰੰਭੇ ਸਨ ਨਾ, ਸਵਈਏ ਮਹੱਲੇ ਪੰਜਵੇਂ ਕੇ ਜਿਸ ਦਿਨ ਸ਼ੁਰੂ ਹੋਏ ਸਨ, ਉਸ ਦਿਨ ਆਪ ਸੰਗਤ ਨੇ ਇੱਕ ਪੰਕਤੀ ਦੀ ਵਿਚਾਰ ਸਰਵਣ ਕੀਤੀ ਸੀ ਜਿੱਥੇ ਭੱਟ ਜੀ ਨੇ ਆਖਿਆ ਸੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਉਸੇ ਜਿਹੜੀ ਪਾਵਨ ਪੰਕਤੀ, ਪਾਵਨ ਬਚਨ, ਉਹਨਾਂ ਨੂੰ ਫਿਰ ਅੱਜ ਸ਼ਬਦਿਕ ਜਿਹੜੇ ਰੂਪ ਨੇ ਉਹ ਬਦਲ ਗਏ, ਪਰ ਸਿੱਖਿਆ ਤੇ ਸਿਧਾਂਤ ਜਾਂ ਭਾਵ ਅਰਥ ਕਹਿ ਲਈਏ ਉਹੀ ਭੱਟ ਮਥੁਰਾ ਜੀ ਫਿਰ ਦੱਸ ਰਹੇ। ਆਦ ਪੁਰਖ ਪ੍ਰਤੱਖ, ਆਦ ਤੋਂ ਜਿਹੜੇ ਪ੍ਰਤੱਖ ਰੂਪ ਵਿੱਚ ਪਰਮੇਸ਼ਵਰ ਦਾ ਰੂਪ ਜਾਂ ਪਰਮੇਸ਼ਵਰ ਜਿਹੜੇ ਆਪ, ਲਿਖਿਓ ਅਛਰ ਮਸਤਕ ਧੁਰ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਹਰੀ ਪਰਮਾਤਮਾ ਨੇ, ਜਿਹੜੇ ਪ੍ਰਤੱਖ ਨੇ, ਸ਼ੁਰੂ ਤੋਂ ਜਿਹੜੇ ਸਦੀਵ ਹਸਤੀ ਵਾਲੇ ਨੇ, ਉਹਨਾਂ ਨੇ ਆਪ ਜੀ ਦੇ ਮਸਤਕ ਦੇ ਉੱਪਰ ਜਿਹੜੇ ਲੇਖ ਨੇ ਉਹਨਾਂ ਨੂੰ ਲਿਖਿਆ। ਲਿਖਿਓ ਅਛਰ ਮਸਤਕ, ਮਸਤਕ ਦੇ ਉੱਤੇ ਕੱਕੇ ਨੂੰ ਸਿਹਾਰੀ ਧੁਰ। ਧੁਰ ਤੋਂ ਹੀ ਕਿਹੜੇ ਅਛਰ ਲਿਖੇ ਗਏ? ਰੱਬ ਦੀ ਆਰਾਧਨਾ ਦੇ, ਰੱਬ ਦੇ ਚਿੰਤਨ ਦੇ, ਰੱਬ ਦੀ ਯਾਦ ਦੇ। ਜਦੋਂ ਆਪਾਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਪੜ੍ਹਦੇ ਹਾਂ, ਸਤਿਗੁਰੂ ਜੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਤੇ ਮਾਲਕ ਪਾਤਸ਼ਾਹ ਜੀ ਦਾ ਇਤਿਹਾਸ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ, ਸਤਿਗੁਰੂ ਦਾ ਜੀਵਨ ਇਸ ਗੱਲ ਦੀ ਪ੍ਰੋੜਤਾ ਕਰਦਾ
ਕਿਉਂਕਿ ਜਦੋਂ ਆਪਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਪੜ੍ਹਿਆ, ਉਹਨਾਂ ਨੇ ਆਪਣਾ ਪਹਿਲਾ ਜੀਵਨ ਜਿਹੜਾ ਉਹ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਲੰਘਾਇਆ। ਫਿਰ ਭਾਈ ਲਹਿਣੇ ਦਾ ਰੂਪ ਵਿੱਚ 1532 ਅੰਦਰ ਚੱਲ ਕੇ 1504 ਤੋਂ 1532 ਤੱਕ ਦਾ ਜੀਵਨ ਅਲੱਗ ਪਾਸੇ ਗੁਜ਼ਰ ਰਿਹਾ। 1532 ਵਿੱਚ ਗੁਰੂ ਨਾਨਕ ਸਾਹਿਬ ਕੋਲ ਚੱਲ ਕੇ ਆਉਂਦੇ ਤੇ ਉਦੋਂ ਗੁਰਮਤਿ ਦੀ ਸੋਝੀ ਹੁੰਦੀ। ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ 1479 ਤੋਂ ਲੈ ਕੇ 62 ਸਾਲਾਂ ਤੱਕ ਦੀ ਉਮਰ ਜਿਹੜੀ ਹੈ ਉਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਲੰਘਾਈ। 62 ਸਾਲਾਂ ਤੋਂ ਬਾਅਦ ਚੱਲ ਕੇ ਆ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰ ਤੇ ਗੁਰਮਤਿ ਦੀ ਸੋਝੀ ਲੈਂਦੇ ਨੇ। ਉਸ ਤੋਂ ਬਾਅਦ ਵਿੱਚ ਭਾਈ ਜੇਠਾ ਜੀ 11 ਸਾਲਾਂ ਦੀ ਉਮਰ ਇਤਿਹਾਸਕਾਰਾਂ ਨੇ ਦੱਸੀ। ਜਿਸ ਦਿਨ ਭਾਈ ਜੇਠਾ ਜੀ ਚੱਲ ਕੇ ਗੁਰੂ ਅਮਰਦਾਸ ਦੇ ਦਰ ਤੇ ਆਉਂਦੇ ਤੇ ਗੁਰਮਤਿ ਦੀ ਸੋਝੀ ਜਿਹੜੀ ਉਹਨੂੰ ਹਾਸਲ ਕਰਦੇ, ਗੁਰਮਤਿ ਦੀ ਸੋਝੀ ਲੈਂਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਦੀ ਬਖਸ਼ਿਸ਼ ਦੇ ਕਿਰਪਾ ਦੇ ਪਾਤਰ ਬਣਦੇ। ਹੁਣ ਇਹ ਤਿੰਨੋਂ ਦੇ ਤਿੰਨੋਂ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ ਤੇ ਧੰਨ ਗੁਰੂ ਰਾਮਦਾਸ ਜੀ, ਜਦੋਂ ਇਹਨਾਂ ਦੇ ਪਹਿਲੇ ਜੀਵਨ ਨੂੰ ਪੜ੍ਹਦੇ ਆ ਤੇ ਉਹ ਗੁਰਮਤਿ ਤੋਂ ਬਿਨਾਂ ਗੁਜ਼ਰ ਰਿਹਾ। ਇਹਨਾਂ ਨੇ ਗੁਰਮਤਿ ਉਦੋਂ ਹਾਸਲ ਕੀਤੀ, ਉਦੋਂ ਗੁਰਮਤਿ ਮਿਲੀ ਜਦੋਂ ਇਹ ਗੁਰੂ ਦਰ ਤੇ ਚੱਲ ਕੇ ਆਏ। ਉਹ ਤੋਂ ਪਹਿਲੀ ਉਮਰ ਇੱਕ ਕੋਈ ਕਿਸੇ ਪਾਸੇ ਨੂੰ ਗੁਜ਼ਾਰ ਰਹੇ ਨੇ, ਕੋਈ ਕਿਸੇ ਪਾਸੇ ਨੂੰ। ਜਿਵੇਂ ਭਾਈ ਲਹਿਣਾ ਜੀ ਦਾ ਜੀਵਨ ਪੜ੍ਹਦੇ ਆ ਉਹ ਦੇਵੀ ਪੂਜਾ ਕਰਦੇ, ਗੁਰੂ ਅਮਰਦਾਸ ਸਾਹਿਬ ਦਾ ਜੀਵਨ ਪੜ੍ਹਦੇ ਆ ਉਹ ਤੀਰਥ ਅਸਥਾਨਾਂ ਤੇ ਜਾਂਦੇ ਨੇ, ਭਾਈ ਜੇਠਾ ਜੀ ਦਾ ਜੀਵਨ ਪੜ੍ਹਦੇ ਆ ਬੜੀ ਜ਼ਿਆਦਾ ਮਸ਼ੱਕਤ, ਬੜੀ ਜ਼ਿਆਦਾ ਘਾਲਣਾ ਕਾਲਦੇ ਨੇ। 11 ਸਾਲਾਂ ਦੀ ਉਮਰ ਵਿੱਚ ਆ ਕੇ ਫਿਰ ਗੁਰਮਤਿ ਦੀ ਸੋਝੀ ਹੁੰਦੀ। ਪਰ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਖਸੀਅਤ ਨੂੰ ਪੜ੍ਹਿਆ ਨਾ, ਇਹਨਾਂ ਨੇ ਜਨਮ ਤੋਂ ਹੀ ਗੁਰਮਤਿ ਨੂੰ ਪਹਿਚਾਣਿਆ, ਗੁਰਮਤਿ ਦੀ ਸੋਝੀ ਹੋਈ। ਕਿਉਂਕਿ ਜਨਮ ਹੋਇਆ ਧੰਨ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ, ਨਾਨਾ ਜੀ ਉਹ ਵੀ ਗੁਰੂ ਨੇ, ਤੇ ਅੱਗੋਂ ਜਿਹੜੇ ਮਾਤਾ ਜੀ ਨੇ ਬੀਬੀ ਭਾਨੀ ਜੀ ਉਹ ਵੀ ਗੁਰੂ ਪੁੱਤਰੀ ਨੇ। ਜਿਸ ਕਰਕੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਖਸੀਅਤ ਮਲਕ ਸਾਹਿਬ ਜੀ ਅਵਤਾਰ ਲੈਂਦੇ ਨੇ ਸੰਸਾਰ ਦੇ ਉੱਤੇ, ਤੇ ਗੁਰੂ ਅਰਜਨ ਸਾਹਿਬ ਹੀ ਨੇ ਜਿਨ੍ਹਾਂ ਨੇ ਜਨਮ ਤੋਂ ਗੁਰਮਤਿ ਨੂੰ ਪਹਿਚਾਣਿਆ। ਪਹਿਲੀ ਸ਼ਖਸੀਅਤ ਹੈ ਜਿਨ੍ਹਾਂ ਨੇ ਜਨਮ ਤੋਂ ਗੁਰਮਤਿ ਦੀ ਸੋਝੀ ਜਿਹੜੀ ਉਹਨੂੰ ਹਾਸਲ ਕੀਤਾ। ਇਸੇ ਲਈ ਅੱਜ ਭੱਟ ਮਥੁਰਾ ਜੀ ਦੇ ਜਿਹੜੇ ਬਚਨ ਨੇ ਉਹਨਾਂ ਆਖਿਆ, ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਮਸਤਕ ਦੇ ਉੱਤੇ ਧੁਰ ਤੋਂ ਹੀ ਲੇਖ ਨੇ ਕਿ ਆਪ ਜੀ ਨੇ ਰੱਬ ਦੀ ਆਰਾਧਨਾ, ਰੱਬ ਦਾ ਚਿੰਤਨ ਜਿਹੜਾ ਉਹਨੂੰ ਕਰਨਾ ਹੈ। ਤੇ ਉਹ ਆਦਿ ਪੁਰਖ ਜਿਹੜਾ ਸਦੀਵ ਰਹਿਣ ਵਾਲਾ ਉਹਨੇ ਖੁਦ ਆਪ ਜੀ ਦੇ ਮਸਤਕ ਉੱਪਰ ਆ ਅਛਰ ਜਿਹੜੇ ਇਹਨਾਂ ਨੂੰ ਲਿਖਿਆ ਹੈ। ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ 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 ਗੁਰ ਗੁਰੂ ਕਹਾਇਓ। ਗੁਰੂ ਅਰਜਨ ਸਾਹਿਬ ਜੀ ਦੀ ਸ਼ਖਸੀਅਤ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਜੇ ਆਪਾਂ ਨਾਮ ਨਾ ਵੀ ਲਈਏ ਨਾ, ਸਿਰਫ ਇੰਨਾ ਵੀ ਜ਼ਿਕਰ ਕਰ ਲਈਏ, ਸ਼ਹੀਦਾਂ ਦੇ ਸਰਤਾਜ ਜਾਂ ਤੱਤੀ ਤਵੀ ਉੱਤੇ ਬੈਠ ਕੇ ਆਪਣਾ ਆਪਾ ਵਾਰਨ ਵਾਲੇ ਤੇ ਸੁਤੇ ਸਿੱਧ ਗੁਰੂ ਅਰਜਨ ਸਾਹਿਬ ਜੀ ਦੀ ਤਸਵੀਰ ਸਾਡੀਆਂ ਨਜ਼ਰਾਂ ਵਿੱਚ, ਸਾਡੇ ਖਿਆਲਾਂ ਵਿੱਚ ਬਣ ਜਾਂਦੀ ਹੈ। ਭੱਟ ਜੀ ਕਹਿੰਦੇ ਆਪ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਪਾਤਰ ਬਣੇ, ਪਰਮੇਸ਼ਵਰ ਦੀ ਕਿਰਪਾ ਦੇ ਪਾਤਰ ਬਣੇ, ਤੇ ਉਹਦੇ ਸਦਕਾ ਕੀ ਹੋਇਆ? ਪ੍ਰਗਟ ਜੋਤ ਜਗਮਗ ਹੈ। ਆਪ ਜੀ ਦੇ ਅੰਦਰ ਜਿਹੜੀ ਰੱਬੀ ਜੋਤ ਹੈ, ਆਪ ਜੀ ਨੇ ਉਹਨੂੰ ਪ੍ਰਗਟ ਕੀਤਾ, ਤੇ ਉਹ ਜਿਹੜੀ ਰੱਬੀ ਜੋਤ ਹੈ ਨਾ, ਉਹ ਆਪ ਜੀ ਦੇ ਅੰਦਰ ਹੁਣ ਜਗਮਗ ਕਰ ਰਹੀ, ਮਤਲਬ ਚਮਕ ਰਹੀ ਹੈ, ਉਹ ਬਲ ਰਹੀ ਰੱਬੀ ਜੋਤ। ਇੱਥੇ ਜਗਮਗਣ ਤੋਂ ਭਾਵ, ਬਲਣ ਤੋਂ ਭਾਵ ਹੈ ਵੀ ਰੋਸ਼ਨਾ ਜਾਣਾ ਅੰਦਰ। ਜੋਤ ਤੇ ਸਾਡੇ ਅੰਦਰ ਵੀ ਹੈ, ਪਰ ਅਜੇ ਤੱਕ ਅਸੀਂ ਰੋਸ਼ਨਾਈ ਨਹੀਂ ਆ। ਬਸ ਉਸ ਜੋਤ ਨੂੰ ਪਹਿਚਾਣਦੇ ਆ, ਉਸ ਜੋਤ ਦੇ ਸਦਕਾ ਆਪਣੇ ਅੰਦਰ ਨੂੰ ਰੋਸ਼ਨਾ ਲੈਣਾ,
ਉਹਨੂੰ ਕਹਿੰਦੇ ਜਗਮਗ ਕਰਨਾ। ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ। ਤੇ ਸਤਿਗੁਰੂ ਅਰਜਨ ਦੇਵ ਜੀ ਆਪ ਜੀ ਦਾ ਜਿਹੜਾ ਤੇਜ ਹੈ, ਤੇਜ ਤੋਂ ਭਾਵ ਪ੍ਰਭਾਵ, ਆਪ ਦਾ ਪ੍ਰਤਾਪ, ਆਪ ਜੀ ਦੀ ਹਸਤੀ, ਆਪ ਜੀ ਦੀ ਸ਼ਖਸੀਅਤ, ਆਪ ਜੀ ਦਾ ਪ੍ਰਭਾਵ ਸਾਰੇ ਦੇ ਸਾਰੇ ਮੰਡਲ ਵਿੱਚ ਛਾਇਆ ਹੋਇਆ। ਮਤਲਬ ਆਪ ਜੀ ਦਾ ਪ੍ਰਭਾਵ ਜਿਹੜਾ ਉਹ ਸਾਰੀ ਦੀ ਸਾਰੀ ਧਰਤੀ ਦੇ ਉੱਤੇ, ਸਾਰੇ ਦੇ ਸਾਰੇ ਮੰਡਲ ਵਿੱਚ ਛਾਇਆ ਹੋਇਆ ਹੈ। ਆਪ ਜੀ ਦੇ ਪ੍ਰਭਾਵ ਤੋਂ ਧਰਤੀ ਸਖਣੀ ਨਹੀਂ, ਧਰਤੀ ਦਾ ਕੋਈ ਕੋਨਾ ਆਪ ਜੀ ਦੇ ਪ੍ਰਭਾਵ ਤੋਂ ਸਖਣਾ ਨਹੀਂ, ਤੇ ਮੰਡਲ ਵਿੱਚ ਐਸਾ ਕੋਈ, ਬ੍ਰਹਿਮੰਡ ਵਿੱਚ ਐਸਾ ਕੋਈ ਅਸਥਾਨ ਨਹੀਂ ਹੈ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਦਾ ਪ੍ਰਭਾਵ ਪ੍ਰਤਾਪ ਨਾ ਹੋਵੇ। ਸਾਰੇ ਦੇ ਸਾਰੇ ਬ੍ਰਹਿਮੰਡ ਵਿੱਚ ਆਪ ਜੀ ਦਾ ਪ੍ਰਤਾਪ ਪ੍ਰਭਾਵ ਜਿਹੜਾ ਉਹ ਛਾਇਆ ਹੋਇਆ, ਪਸਰਿਆ ਹੋਇਆ ਹੈ। ਤੇ ਆਪ ਜੀ ਨਾ ਪਾਰਸ, ਪਰਸ 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 ਗੁਰ, ਪਾਰਸ ਇੱਥੇ ਲਫ਼ਜ਼ ਵਰਤਿਆ ਗਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਲਈ। ਪਾਰਸ ਗੁਰੂ ਨੂੰ ਛੋਹ ਕਰਕੇ, ਉਹਨਾਂ ਦੀ ਛੋਹ ਪ੍ਰਾਪਤ, ਉਹਨਾਂ ਦੀ ਟੱਚ ਜਿਹੜਾ ਉਹ ਹਾਸਲ ਕਰਕੇ, ਜਿਹੜੇ ਪਰਸਣਯੋਗ ਗੁਰੂ ਸਨ, ਪਾਰਸ ਪਰਸ ਗੁਰੂ ਨੂੰ ਪਰਸ ਕੇ ਜਿਹੜੇ ਪਰਸਣਯੋਗ ਸਨ ਉਹਨਾਂ ਨੂੰ ਪਰਸਦਿਆਂ ਹੋਇਆਂ ਗੁਰ ਗੁਰੂ ਕਹਾਇਓ। ਆਪ ਜੀ ਨੇ ਵੀ ਗੁਰੂ ਤੋਂ ਗੁਰੂ ਹੀ ਅਖਵਾਇਆ। ਇੱਕ ਖਿਆਲ ਹੁਣ ਇੱਥੇ ਕਰਿਓ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲ ਸਪਰਸ਼ਤਾ ਵਾਲੇ 3 ਸ਼ਖਸ ਨੇ। ਜੇ ਸਭ ਤੋਂ ਨੇੜਲੀ ਸਪਰਸ਼ਤਾ ਦੀ ਗੱਲ ਕਰਾਂਗੇ ਤੇ 3 ਸ਼ਖਸ ਨੇ। ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਜੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ। ਇਹ ਉਹ ਸ਼ਖਸੀਅਤਾਂ ਨੇ ਜਿਹੜੀਆਂ ਸਭ ਤੋਂ ਨੇੜਲੀ ਸਪਰਸ਼ਤਾ ਨੂੰ ਹਾਸਲ ਕਰਨ ਵਾਲੀਆਂ। ਖੁਦ ਗੁਰੂ ਪੁੱਤਰ ਨੇ ਇਹ ਤਿੰਨੋਂ ਦੇ ਤਿੰਨੋਂ। ਪਰ ਪਾਰਸ ਨੂੰ ਪਰਸਣਾ ਹਰ ਧਾਤ ਦੀ ਕਿਸਮਤ ਵਿੱਚ ਨਹੀਂ ਹੈ। ਜਿਵੇਂ ਧਾਤਾਂ ਤੇ ਸੰਸਾਰ ਤੇ ਕਈ ਨੇ, ਤੇ ਹਰ ਧਾਤ ਆਪਣੇ ਮਨ ਵਿੱਚ ਆਸ ਵੀ ਸ਼ਾਇਦ ਲਾ ਕੇ ਬੈਠੀ ਹੋਵੇ ਵੀ ਸਾਨੂੰ ਪਾਰਸ ਦੀ ਸਪਰਸ਼ਤਾ ਮਿਲ ਜਾਏ, ਅਸੀਂ ਸੋਨਾ ਬਣ ਜਾਈਏ। ਪਰ ਹਰ ਧਾਤ ਨੂੰ ਨਸੀਬ ਨਹੀਂ। ਹਰ ਜੰਗ ਲੱਗਿਆ ਲੋਹਾ ਜਿਹੜਾ ਉਹ ਪਾਰਸ ਨੂੰ ਛੂਹ ਕੇ ਸੋਨਾ ਨਹੀਂ ਬਣਿਆ। ਕੋਈ ਟਾਵਾਂ ਟਾਵਾਂ ਵਿਰਲਾ ਹੀ ਹੈ ਜਿਹੜਾ ਆਪਣੇ ਜੀਵਨ ਨੂੰ ਬਦਲ ਕੇ ਪਾਰਸ ਦੀ ਸਪਰਸ਼ਤਾ ਹਾਸਲ ਕਰਕੇ ਆਪਣੇ ਰੂਪ, ਆਪਣੇ ਸਵਰੂਪ, ਆਪਣੇ ਜੀਵਨ ਨੂੰ ਬਦਲ ਲੈਂਦਾ ਹੈ। ਉਹ ਚੰਗੇ ਭਾਗਾਂ ਦਾ ਮਾਲਕ ਹੈ ਜਿਹਨੇ ਆਪਣਾ ਜੀਵਨ ਬਦਲਿਆ। ਹੁਣ ਜੰਗ ਲੱਗਿਆ ਲੋਹਾ ਜਿਹਨੂੰ ਜੰਗਾਲ ਲੱਗ ਚੁੱਕਾ ਉਹ ਕਿਸੇ ਕੰਮ ਨਹੀਂ ਹੈ। ਉਹਦਾ ਮੁੱਲ ਤੱਕ ਘਟ ਗਿਆ ਕਿਉਂਕਿ ਜੰਗਾਲ ਲੱਗ ਗਿਆ, ਉਹਦੀ ਲਾਈਫ ਖਤਮ ਹੁੰਦੀ ਜਾ ਰਹੀ ਹੈ। ਹੁਣ ਜਦੋਂ ਉਸ ਲੋਹੇ ਦੇ ਮੁੱਲ ਦੀ ਬਾਤ ਆਈ ਤੇ ਮੁੱਲ ਪਾਉਣ ਵਾਲਿਆਂ ਨੇ ਮੁੱਲ ਵੀ ਬੜਾ ਘੱਟ ਪਾਇਆ। ਪੁੱਛਿਆ ਵੀ ਇੰਨਾ ਘੱਟ ਕਿਉਂ? ਨਾ ਕਿਹਾ ਵੀ ਇਹ ਤੇ ਅੱਜ ਮੁੱਕ ਜਾਣਾ ਤੇ ਨਾਸ਼ ਹੋ ਰਿਹਾ, ਗਲ ਗਿਆ ਤੇ ਸਾਰਾ ਜੰਗਾਲ ਕਰਕੇ। ਹੁਣ ਉਸੇ ਜੰਗ ਲੱਗੇ ਲੋਹੇ ਨੂੰ ਕਿਤੇ ਚੰਗੇ ਕਰਮਾਂ ਦੇ ਸਦਕਾ ਪਾਰਸ ਦੀ ਸੰਗਤ ਮਿਲ ਜਾਏ, ਉਹ ਫਿਰ ਲੋਹੇ ਦੀਆਂ ਦੁਕਾਨਾਂ ਤੇ ਨਹੀਂ ਵਿਕਦਾ, ਉਹ ਫਿਰ ਸਕ੍ਰੈਪ ਵਿੱਚ ਨਹੀਂ ਵਿਕਦਾ, ਉਹ ਸੁਨਿਆਰੇ ਦੀ ਦੁਕਾਨ ਤੇ ਮੁੱਲ ਪੈਂਦਾ ਉਹਦਾ। ਜਿਹਨੂੰ ਕੋਈ ਖਰੀਦਣ ਵਾਸਤੇ ਵੀ ਤਿਆਰ ਨਹੀਂ ਸੀ ਨਾ ਜਿਸ ਲੋਹੇ ਦੇ ਟੁਕੜੇ ਨੂੰ, ਹੁਣ ਉਹਨੂੰ ਵੇਖਣ ਲਈ ਵੀ ਤਰਸ ਰਹੇ ਨੇ। ਸਿਰਫ ਇੱਕ ਕਾਰਨ ਹੈ ਕਿ ਉਹਨੂੰ ਸਪਰਸ਼ਤਾ ਪਾਰਸ ਦੀ ਮਿਲ ਗਈ। ਪਾਰਸ ਦੀ ਸਪਰਸ਼ਤਾ ਮਿਲ ਗਈ, ਸੋਨਾ ਬਣ ਗਿਆ। ਹੁਣ ਸੋਨਾ ਬਣਿਆ, ਸੁਨਿਆਰਾ ਕਹਿੰਦਾ ਮੇਰੀ ਦੁਕਾਨ 'ਚ ਰੱਖੋ, ਦੱਸੋ ਕਿੰਨੇ ਪੈਸੇ ਮੰਗਦੇ ਆ? ਉਹ ਉਹਨਾਂ ਦੇ ਮੂੰਹ ਮੰਗਿਆ ਧਨ ਦਿੰਦਾ। ਹੁਣ ਉਸੇ ਸੋਨੇ ਦੇ ਟੁਕੜੇ ਨੂੰ ਸੁਨਿਆਰੇ ਨੇ ਘੜਿਆ, ਘੜ ਕੇ ਗਹਿਣੇ ਬਣਾਤੇ। ਖਰੀਦਣ ਵਾਲਾ ਆਇਆ, ਉਹਨੂੰ ਪੁੱਛਦਾ ਕਿੰਨਾ ਮੁੱਲ ਲੈਣਾ? ਤੂੰ ਮੁੱਲ ਬੋਲ, ਮੈਂ ਤੈਨੂੰ ਦੇਣਾ। ਲੋਹੇ ਨੂੰ ਪੁੱਛਦਾ ਕੋਈ ਨਹੀਂ ਸੀ।
ਹੁਣ ਇਹ ਤਿੰਨੋਂ ਸ਼ਖਸੀਅਤਾਂ ਨੇ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਜੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ, ਜਿਵੇਂ ਜੰਗ ਲੱਗਿਆ ਹਰ ਲੋਹਾ ਸਪਰਸ਼ਤਾ ਹਾਸਲ ਨਹੀਂ ਕਰਦਾ, ਉਵੇਂ ਧੰਨ ਗੁਰੂ ਰਾਮਦਾਸ ਸਾਹਿਬ ਦੀ ਸਪਰਸ਼ਤਾ ਇਹ ਤਿੰਨੋਂ ਹਾਸਲ ਨਹੀਂ ਕਰ ਸਕੇ। ਜਿੰਨਾ ਸਪਰਸ਼ਤਾ ਹਾਸਲ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਮਤਲਬ ਗੁਰੂ ਅਰਜਨ ਸਾਹਿਬ ਨੇ ਸਪਰਸ਼ਤਾ ਹਾਸਲ ਕੀਤੀ, ਉਸ ਸਪਰਸ਼ਤਾ ਦੇ ਸਦਕਾ ਗੁਰੂ ਅਰਜਨ ਸਾਹਿਬ ਖੁਦ ਗੁਰੂ ਦਾ ਰੂਪ ਬਣ ਗਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸਰੂਪ ਬਣ ਗਏ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜਿੱਦਣ ਸੰਸਾਰ ਤੋਂ ਕੂਚ ਕਰਦੇ, ਸਰੀਰ ਕਰਕੇ ਜਾਂਦੇ ਤੇ ਆਪਣੀ ਜੋਤ ਧੰਨ ਗੁਰੂ ਅਰਜਨ ਸਾਹਿਬ ਅੰਦਰ ਟਿਕਾ ਕੇ ਜਾਂਦੇ ਨੇ, ਆਪਣੀ ਜ਼ਿੰਮੇਵਾਰੀ ਧੰਨ ਗੁਰੂ ਅਰਜਨ ਸਾਹਿਬ ਨੂੰ ਦੇ ਕੇ ਜਾਂਦੇ। ਤੇ ਇਹ ਗੱਲ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਫਿਰ ਉੱਥੇ ਸੱਚ ਹੁੰਦੀ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਉਹ ਬੜਿਆਂ ਨੇ ਫਿਰ ਯਤਨ ਕੀਤਾ ਕਿ ਅਸੀਂ ਹੁਣ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਨੂੰ ਫਿੱਕਿਆਂ ਪਾ ਦਈਏ। ਬਾਬਾ ਪ੍ਰਿਥੀ ਚੰਦ ਨੇ ਬੜਾ ਯਤਨ ਕੀਤਾ, ਪਰ ਉਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਨਾ ਫਿੱਕਿਆਂ ਪਾ ਸਕੇ, ਨਾ ਧੁੰਦਲਾ ਕਰ ਸਕੇ, ਸਗੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਖਸੀਅਤ ਉਦੋਂ ਜ਼ਿਆਦਾ ਜਗਮਗ ਕਰਦੀ, ਉਸ ਤੋਂ ਵੱਧ ਕੇ ਚਮਕਦੀ ਹੈ। ਹਰ ਦੁਨੀਆ ਦੇ ਕੋਨੇ ਵਿੱਚੋਂ ਚੱਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰ ਤੇ ਸੰਗਤ ਆਉਂਦੀ। ਤੇ ਸਤਿਗੁਰੂ ਜੀ ਦੇ ਪ੍ਰਤੀ ਅੱਜ ਭੱਟ ਮਥੁਰਾ ਜੀ ਕਹਿੰਦੇ, ਪਾਰਸ ਪਰਸ 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 ਗੁਰ ਗੁਰੂ ਕਹਾਇਓ। ਸਤਿਗੁਰੂ ਜੀ ਆਪ ਜੀ ਨੇ ਪਾਰਸ ਰੂਪ ਗੁਰੂ ਜੀ ਜਿਹੜੇ ਪਰਸਨਯੋਗ ਨੇ, ਧੰਨ ਗੁਰੂ ਰਾਮਦਾਸ ਜੀ, ਉਹਨਾਂ ਨਾਲ ਪਰਸਤਾ ਹਾਸਲ ਕਰਕੇ, ਸਪਰਸ਼ਤਾ ਉਹਨਾਂ ਦੀ ਹਾਸਲ ਕਰਕੇ ਆਪ ਵੀ ਗੁਰੂ ਦਾ ਰੂਪ ਹੀ ਬਣ ਗਏ। ਪਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ। ਕਲ ਜੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰਹੁ। ਭਨ ਮਤਲਬ ਬੋਲਣਾ, ਆਖਣਾ। ਕਹਿੰਦੇ ਮਥੁਰਾ, ਮਥੁਰਾ ਜੀ ਆਖ ਰਹੇ ਨੇ, ਮੂਰਤ ਸਦਾ ਥਿਰ। ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਦੀ ਹਸਤੀ ਕੀ ਹੈ? ਸਦਾ ਥਿਰ, ਸਦੀਵ ਰਹਿਣ ਵਾਲੀ ਹੈ। ਲਾਏ ਚਿੱਤ, ਤੇ ਮੈਂ ਚਿੱਤ ਲਾ ਕੇ ਸਨਮੁਖ ਰਹੋ, ਆਪ ਜੀ ਦੇ ਸਨਮੁਖ ਰਹਿਣਾ। ਜਾਂ ਇਉਂ ਕਹਿ ਲਈਏ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਖਸੀਅਤ, ਉਹਨਾਂ ਦੀ ਹਸਤੀ ਸਦੀਵ ਥਿਰ ਰਹਿਣ ਵਾਲੀ ਹੈ, ਤੇ ਉਹਨਾਂ ਦੀ ਮੂਰਤ, ਉਹਨਾਂ ਦੀ ਹਸਤੀ ਨਾਲ ਚਿੱਤ ਜੋੜ ਕੇ, ਉਹਨਾਂ ਦੀ ਯਾਦ ਵਿੱਚ ਆਪਣੇ ਆਪ ਨੂੰ ਜੋੜ ਕੇ ਹਮੇਸ਼ਾ ਉਹਨਾਂ ਦੇ ਸਨਮੁਖ ਰਹੀਦਾ ਹੈ। ਜੇ ਸਾਨੂੰ ਉਹਨਾਂ ਦੇ ਚਿੰਤਨ, ਉਹਨਾਂ ਦੀ ਯਾਦ ਵਿੱਚ ਜੁੜਨ ਦੀ ਜਾਚ ਆ ਜਾਏ, ਫਿਰ ਹੀ ਅਸੀਂ ਉਹਨਾਂ ਦੀ ਸਨਮੁਖਤਾ ਜਿਹੜੀ ਉਹ ਹਾਸਲ ਕਰ ਸਕਦੇ ਹਾਂ। ਕਿਉਂਕਿ ਮਾਲਕ ਪਾਤਸ਼ਾਹ ਜੀ ਦਾ ਬਚਨ, ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ, ਜਿੱਥੇ ਸਤਿਗੁਰੂ ਜੀ ਆਪ ਆਪਣੀ ਰਸਨਾ ਤੋਂ ਇਹ ਗੱਲ ਆਖ ਦਿੰਦੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰੂ ਉਦੋਂ ਹਰ ਵਕਤ ਮੇਰੇ ਨਾਲ ਹੈ, ਮੇਰੇ ਅੰਗ ਤੇ ਸੰਗ ਹੈ, ਜਦੋਂ ਮੈਂ ਗੁਰੂ ਨੂੰ ਚੇਤੇ ਕਰਦਿਆਂ ਗੁਰੂ ਦੀ ਯਾਦ ਨੂੰ ਸੰਭਾਲਦਾ ਹਾਂ। ਹੁਣ ਜਦੋਂ ਗੁਰੂ ਕੀ ਹਸਤੀ ਨੂੰ, ਗੁਰੂ ਜੀ ਦੇ ਚਿੰਤਨ ਨੂੰ, ਗੁਰੂ ਕੀ ਯਾਦ ਨੂੰ ਮੈਂ ਆਪਣੇ ਹਿਰਦੇ ਵਿੱਚ ਰੱਖਦਿਆਂ ਹੋਇਆਂ, ਉਹਨਾਂ ਦੀ ਸ਼ਖਸੀਅਤ ਜਿਹੜੀ ਸਦੀਵ ਥਿਰ ਰਹਿਣ ਵਾਲੀ ਹੈ, ਉਹਨੂੰ ਮੈਂ ਆਪਣੇ ਹਿਰਦੇ, ਆਪਣਾ ਚਿੱਤ ਉਸ ਸ਼ਖਸੀਅਤ ਨਾਲ ਜੋੜਦਿਆਂ ਹੋਇਆਂ, ਜਦੋਂ ਹਰ ਵਕਤ ਗੁਰੂ ਅਰਜਨ ਸਾਹਿਬ ਦੀ ਯਾਦ ਵਿੱਚ ਜੁੜਿਆ ਰਵਾਂਗਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਿੰਤਨ ਵਿੱਚ ਜੁੜਿਆ ਰਵਾਂਗਾ, ਤੇ ਸਨਮੁਖ ਰਹੋ। ਮੈਂ ਤੇ ਹਰ ਵਕਤ ਸਤਿਗੁਰੂ ਜੀ ਦੇ ਸਨਮੁਖ ਆ। ਜਾਂ ਇਉਂ ਕਹਿ ਲਈਏ ਵੀ ਹਰ ਵਕਤ ਗੁਰੂ ਪਾਤਸ਼ਾਹ ਨੂੰ ਸਨਮੁਖ ਮਹਿਸੂਸ ਕਰਾਂਗਾ। ਗੱਲ ਤੇ ਆਪਣੀ ਯਾਦ ਵਿੱਚ ਜੁੜਨ ਦੀ ਹੈ ਨਾ, ਆਪਣੇ ਹਿਰਦੇ ਵਿੱਚ ਉਹਨਾਂ ਦੀ ਯਾਦ ਨਾਲ ਜੁੜਨ ਦੀ ਹੈ। ਜਦੋਂ ਅਸੀਂ ਆਪਣੇ ਹਿਰਦੇ ਕਰਕੇ ਉਹਨਾਂ ਦੀ ਯਾਦ ਵਿੱਚ ਜੁੜ ਗਏ, ਤੇ ਉਹ ਬੋਲ ਜਿਹੜੇ ਅਕਸਰ ਆਪਾਂ ਸਿਆਣੇ ਇਹ ਅਖਾਣ ਰੂਪ ਵਿੱਚ ਵਰਤਦੇ ਵੀ ਨੇ, ਬਾਬਾ ਬੁੱਲਾ ਜੀ ਦੀ ਰਸਨਾ ਤੋਂ ਇਹ ਆਖੇ ਹੋਏ ਬੋਲ ਵੀ, ਉਹ ਸ਼ਾਹ ਤੇਰੇ ਤੋਂ ਵੱਖਰਾ ਨਹੀਂ ਹੈ, ਬਸ ਤੇਰੇ ਕੋਲ ਉਹਨੂੰ ਵੇਖਣ ਵਾਲੀ ਅੱਖ ਨਹੀਂ ਹੈ। ਜਦੋਂ ਤੂੰ ਉਸ ਅੱਖ ਨਾਲ ਵੇਖਣ ਲੱਗ ਜਾਏਗਾ, ਜਿਸ ਅੱਖ ਨਾਲ ਉਹ ਸ਼ਾਹ ਦਿਸਦਾ, ਉਦਣ ਤੈਨੂੰ ਤੇਰੇ ਅੰਦਰ ਵਸਦਾ ਹੀ ਨਜ਼ਰ ਆਉਣ ਲੱਗ ਜਾਏਗਾ। ਬਾਤ ਕੀ ਹੈ
ਕਿ ਅਸੀਂ ਉਸ ਅੱਖ ਨਾਲ ਉਸ ਖਸਮ, ਉਸ ਸ਼ਾਹ ਨੂੰ ਵੇਖ ਹੀ ਨਹੀਂ ਸਕੇ। ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਹਰ ਵਕਤ ਸਾਡੇ ਨੇੜੇ, ਸਾਡੇ ਨਜ਼ਦੀਕ ਨੇ। ਬਸ ਅਸੀਂ ਆਪਣੇ ਚਿੱਤ ਨੂੰ ਉਹਨਾਂ ਦੀ ਯਾਦ ਵਿੱਚ ਜੋੜ ਨਾ ਸਕੇ। ਤੇ ਜਿੰਨਾ ਚਿਰ ਚਿੱਤ ਜੁੜਿਆ ਨਹੀਂ, ਉਹਨਾਂ ਚਿਰ ਇਉਂ ਲੱਗਦਾ ਵੀ ਗੁਰੂ ਅਰਜਨ ਸਾਹਿਬ ਸਾਡੇ ਤੋਂ ਬਹੁਤ ਦੂਰ ਨੇ। ਪਰ ਜਦੋਂ ਉਹਨਾਂ ਦੀ ਸਿੱਖਿਆ ਨੂੰ, ਉਹਨਾਂ ਦੇ ਦਰਸਾਏ ਸਿਧਾਂਤਾਂ ਨੂੰ, ਉਹਨਾਂ ਦੇ ਦਰਸਾਏ ਮਾਰਗ ਦੇ ਉੱਤੇ ਚੱਲਾਂਗੇ, ਅਸੀਂ ਉਹਨਾਂ ਦੀ ਦਿੱਤੀ ਸਿੱਖਿਆ ਨੂੰ ਆਪਣੇ ਜੀਵਨ 'ਚ ਅਪਣਾਵਾਂਗੇ, ਤੇ ਫਿਰ ਗੁਰੂ ਅਰਜਨ ਸਾਹਿਬ ਵੱਖਰੇ ਨਹੀਂ, ਸਾਨੂੰ ਹਰ ਵਕਤ ਸਾਡੇ ਨਜ਼ਦੀਕ, ਸਾਡੇ ਨੇੜੇ ਮਹਿਸੂਸ ਹੋਣਗੇ। ਸਨਮੁਖ ਰਹੋ। ਤੇ ਫਿਰ ਸਤਿਗੁਰੂ ਜੀ ਦੇ ਪ੍ਰਤੀ ਆਖਦੇ, ਕਹਿੰਦੇ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰੇਸ਼ਟ ਲੱਗ ਬਿਤਰੋ। ਇਸ ਕਲਯੁਗ ਦੇ ਸਮੇਂ ਵਿੱਚ ਗੁਰੂ ਅਰਜਨ ਸਾਹਿਬ ਇੱਕ ਜਹਾਜ਼ ਨੇ, ਜਿਨ੍ਹਾਂ ਦੇ ਨਾਲ ਲੱਗ ਕੇ ਸਾਰੇ ਦਾ ਸਾਰਾ ਸੰਸਾਰ ਜਿਹੜਾ ਉਹ ਤਰ ਜਾਂਦਾ ਹੈ। ਇੱਥੇ ਫਿਰ ਮੈਂ ਸਤਿਗੁਰੂ ਜੀ ਦੇ ਇਤਿਹਾਸ 'ਚੋਂ ਇੱਕ ਪੱਖ ਰੱਖਦਾ ਚੱਲਾਂ। ਗੁਰੂ ਅਰਜਨ ਸਾਹਿਬ ਦੀ ਨਾ ਬਾਣੀ ਸੁਖਮਨੀ ਸਾਹਿਬ ਅੰਦਰ ਹੀ ਮਾਲਕ ਜੀ ਇਹ ਗੱਲ ਕਹਿੰਦੇ ਵੀ ਜਿਹੜਾ ਸ਼ਖਸ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਦੇ ਬੋਲਾਂ ਨੂੰ ਇੱਕ ਬੋਲ ਵੀ ਕਿਤੇ ਆਪਣੇ ਹਿਰਦੇ 'ਚ ਵਸਾ ਲਏ, ਉਹਦੀ ਮਹਿਮਾ ਕਦੇ ਆਖੀ ਨਹੀਂ ਜਾਂਦੀ। ਤੇ ਜਿਹੜਾ ਉਸ ਸ਼ਖਸੀਅਤ ਦੇ ਨਾਲ ਜੁੜਦਾ ਜਾਂ ਉਹਦੇ ਹੀ ਪਾਏ ਪੂਰਨਿਆਂ ਤੇ ਤੁਰਦਾ, ਉਹ ਤਰ ਜਾਂਦਾ ਹੈ। ਖਿਆਲ ਕਰਿਓ, ਇੱਕ ਸ਼ਖਸ ਉਹ ਹੈ ਜਿਨੇ ਗੁਰੂ ਅਰਜਨ ਸਾਹਿਬ ਜੀ ਦੇ ਦਿੱਤੇ ਸਿਧਾਂਤਾਂ ਨੂੰ ਆਪਣੇ ਜੀਵਨ 'ਚ ਅਪਣਾ ਲਿਆ, ਮਤਲਬ ਸਿੱਖ ਗੁਰਸਿੱਖ ਬਣ ਗਿਆ, ਗੁਰਮੁਖ ਬਣ ਗਿਆ, ਗੁਰੂ ਦੇ ਸਨਮੁਖ ਹੋ ਗਿਆ। ਹੁਣ ਗੁਰੂ ਦੇ ਸਨਮੁਖ ਹੋਣ ਵਾਲੇ ਸ਼ਖਸ ਦੇ ਜੀਵਨ ਵਰਗਾ ਜੇ ਕੋਈ ਜੀਵਨ ਬਣਾ ਲੈਂਦਾ, ਉਹਦੇ ਪਾਏ ਪੂਰਨਿਆਂ ਤੇ ਕੋਈ ਤੁਰ ਪੈਂਦਾ, ਉਹਦਾ ਪਾਰ ਉਤਾਰਾ ਵੀ ਹੋ ਜਾਂਦਾ। ਤੇ ਜਿਹੜੇ ਆਪ ਪ੍ਰਤੱਖ ਹਰ ਨੇ, ਜੇ ਉਹਨਾਂ ਦਾ ਕੋਈ ਸਹਾਰਾ ਲਵੇ ਤੇ ਕੀ ਉਹਦਾ ਪਾਰ ਉਤਾਰਾ ਨਾ ਹੋਵੇ। ਸਤਿਗੁਰੂ ਜੀ ਦੇ ਨਾ ਪ੍ਰਤੀ ਕੁਝ ਕੁ ਇਤਿਹਾਸਕਾਰਾਂ ਨੇ ਐਸਾ ਜ਼ਿਕਰ ਕੀਤਾ ਕਿ ਜਿਵੇਂ ਅਰਜਨ ਦੇ ਤੀਰ ਦੁਸ਼ਮਣ ਦੇ ਸੀਨਿਆਂ ਨੂੰ ਵਿੰਨ੍ਹਦੇ ਸੀ ਨਾ, ਉਦਾਂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਬੋਲ ਜਿਹੜੇ ਨੇ ਨਾ, ਉਹ ਆਪਣੇ ਗੁਰਸਿੱਖਾਂ ਦੇ ਹਿਰਦਿਆਂ ਨੂੰ ਵਿੰਨ੍ਹਦੇ ਨੇ। ਗੁਰੂ ਦੇ ਬੋਲ, ਫਰਕ ਇੰਨਾ ਹੈ, ਅਰਜਨ ਦਾ ਚਲਾਇਆ ਹੋਇਆ ਤੀਰ ਜਾਨ ਲੈਂਦਾ ਸੀ, ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਬੋਲੇ ਹੋਏ ਬੋਲ ਜ਼ਿੰਦਗੀ ਦਿੰਦੇ ਨੇ। ਅਰਜਨ ਲੋਕਾਂ ਦੀ ਜਾਨ, ਦੁਸ਼ਮਣਾਂ ਦੀ ਜਾਨ ਲੈਣ ਵਾਸਤੇ ਤੀਰ ਚਲਾਉਂਦਾ ਹੈ, ਪਰ ਗੁਰੂ ਅਰਜਨ ਸਾਹਿਬ ਜੀ ਆਪ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਇੱਕ ਇੱਕ ਬੋਲ, ਆਪ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਜੋ ਤੀਰ ਰੂਪ ਜਾ ਕੇ ਤੁਹਾਡੇ ਸਿੱਖਾਂ ਦੇ ਹਿਰਦੇ ਵਿੱਚ ਵੱਜਦਾ ਹੈ, ਜਦੋਂ ਹਿਰਦਾ ਵਿੰਨਿਆ ਜਾਂਦਾ ਹੈ ਨਾ, ਉਹਨਾਂ ਨੂੰ ਜ਼ਿੰਦਗੀ, ਉਹਨਾਂ ਨੂੰ ਜੀਵਨ ਦੇ ਦਿੰਦੇ ਨੇ ਆਪ ਜੀ ਦੇ ਬੋਲ। ਤੇ ਜਿਹੜਾ ਆਪ ਜੀ ਦੇ ਬੋਲਾਂ ਨੂੰ ਆਪਣੇ ਜੀਵਨ 'ਚ ਕਮਾ ਲੈਂਦਾ, ਆਪਣੇ ਜੀਵਨ 'ਚ ਅਪਣਾ ਲੈਂਦਾ, ਸਤਿਗੁਰੂ ਜੀ ਉਹ ਆਪ ਜੀ ਦੇ ਦਰਸਾਏ ਮਾਰਗ ਤੇ ਚੱਲਦਾ ਹੋਇਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਕਲਯੁਗ ਜਹਾਜ਼ ਅਰਜਨ ਗੁਰੂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਆਪ ਜੀ ਇਸ ਸਮੇਂ ਦੇ ਅੰਦਰ ਇੱਕ ਬੇੜੀ ਰੂਪ ਹੋ, ਇੱਕ ਜਹਾਜ਼ ਰੂਪ ਹੋ। ਤੇ ਜਿਹੜਾ ਵੀ ਆਪ ਜੀ ਦਾ ਪੱਲੇ ਨੂੰ ਪਕੜਦਾ, ਆਪ ਜੀ ਦੇ ਸਹਾਰੇ ਨੂੰ ਤੱਕਦਾ, ਆਪ ਜੀ ਉੱਤੇ ਅਸਵਾਰ ਹੁੰਦਾ, ਅਸਵਾਰ ਹੋਣ ਤੋਂ ਭਾਵ ਆਪ ਜੀ ਦੇ ਦਰਸਾਏ ਸਿਧਾਂਤਾਂ ਤੇ ਆਪ ਜੀ ਦੀ ਦਿੱਤੀ ਸਿੱਖਿਆ ਨੂੰ ਅਪਣਾਉਂਦਾ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ। ਤੇ ਆਪ ਜੀ ਐਡੇ ਵੱਡੇ ਜਹਾਜ਼ ਹੋ ਕਿ ਜੇ ਸਾਰੀ ਦੀ ਸਾਰੀ ਸ੍ਰਿਸ਼ਟੀ ਵੀ ਪਾਰ ਲੰਘਣਾ ਚਾਹੁੰਦੀ ਆ ਨਾ, ਤੇ ਮਾਲਕਾ ਜੇ ਕਿਤੇ ਸਾਰੀ ਸ੍ਰਿਸ਼ਟੀ ਵੀ ਤੇਰਾ ਪੱਲਾ ਫੜ ਲੈ ਨਾ, ਤੇ ਆਪ ਸਾਰੀ ਸ੍ਰਿਸ਼ਟੀ ਨੂੰ ਵੀ ਪਾਰ ਲੰਘਾਉਣ ਦੇ ਸਮਰੱਥ ਹੋ। ਤੇ ਜਨ ਜਾਚੋ ਜਗਤਰ ਪਰ ਜਾਨੀਅਤ, ਬਾਸੁਰ ਰੈਣ ਬਾਸ ਜਾਕੋ ਹਿਤ ਨਾਮ ਸਿਓ। ਫਿਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਪ੍ਰਤੀ ਭੱਟ ਮਥੁਰਾ ਜੀ ਨੇ ਦੂਸਰੇ ਜਿਹੜੇ ਅੱਜ ਦੇ ਬੋਲ ਉਹਨਾਂ 'ਚ ਜ਼ਿਕਰ ਕੀਤਾ।
ਉਹਨਾਂ ਸਭ ਤੋਂ ਪਹਿਲੋਂ ਮਨੁੱਖ ਦੀ ਨਾ ਜਿਹੜੀ ਸ਼ਖਸੀਅਤ ਹੈ ਉਹਨੂੰ ਵੇਖਿਆ ਵੀ ਇਹਨੂੰ ਮੰਗਣ ਦੀ ਫਿਤਰਤ ਹੈ। ਮਨੁੱਖ ਦੀ ਫਿਤਰਤ ਕੀ ਹੈ? ਮੰਗਣ ਦੀ। ਇਹ ਮੰਗਣ ਲੱਗਿਆਂ ਵੇਖਦਾ ਨਹੀਂ ਵੀ ਕੀ ਮੰਗਣਾ ਤੇ ਕੀ ਨਹੀਂ ਮੰਗਣਾ, ਤੇ ਮੰਗਣ ਲੱਗਿਆਂ ਇਹ ਵੀ ਨਹੀਂ ਵੇਖਦਾ ਕਿਹਦੇ ਕੋਲੋਂ ਮੰਗਣਾ ਹੈ ਤੇ ਕਿਹਦੇ ਕੋਲੋਂ ਨਹੀਂ ਮੰਗਣਾ। ਇਹਦੀ ਫਿਤਰਤ ਹੀ ਐਸੀ ਹੈ। ਹੁਣ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਖਸੀਅਤ ਨੂੰ ਵੇਖ ਕੇ ਉਹਨਾਂ ਮਨੁੱਖ ਵੱਲ ਵੇਖਿਆ ਵੀ ਮਨੁੱਖ ਨੂੰ ਫਿਤਰਤ ਹੈ ਮੰਗਣ ਦੀ। ਤੇ ਭੱਟ ਜੀ ਕਹਿੰਦੇ ਉਹ ਲੋਕੋ ਦੁਨੀਆ ਦਿਓ, ਜੇ ਤੁਹਾਨੂੰ ਮੰਗਣ ਦੀ ਫਿਤਰਤ ਸੱਚਮੁੱਚ ਤੁਹਾਡੀ ਹੈ ਤੇ ਤੁਸੀਂ ਮੰਗਣਾ ਚਾਹੁੰਦੇ ਹੋ, ਤੇ ਫਿਰ ਇਹ ਵੀ ਨਹੀਂ ਵੀ ਤੁਸੀਂ ਮੰਗਿਆ ਹੋਵੇ ਤੇ ਤੁਸੀਂ ਇਹ ਆਸ ਲਾ ਕੇ ਮੰਗਦੇ ਹੋ ਵੀ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਮਿਲਿਆ ਤਾਂ ਵੀ ਕੋਈ ਨਹੀਂ। ਇਹ ਆਸ ਲਾ ਕੇ ਮੰਗਦੇ ਹੋ ਵੀ ਮੰਗਿਆ ਤੇ ਮਿਲਣਾ ਵੀ ਚਾਹੀਦਾ। ਹੁਣ ਜੇ ਆਪਾਂ ਆਪਣੀ ਹੀ ਗੱਲ ਕਰ ਲਈਏ, ਆਪਾਂ ਕਿਸੇ ਸ਼ਖਸ ਕੋਲੋਂ ਕੁਝ ਮੰਗਿਆ, ਆਪਾਂ ਇਹ ਆਸ ਲਾ ਕੇ ਹੀ ਮੰਗਿਆ ਨਾ ਵੀ ਸਾਨੂੰ ਦਵੇਗਾ, ਸਾਨੂੰ ਮਿਲੇਗਾ ਇਹਦੇ ਕੋਲੋਂ ਜਦੋਂ ਅਸੀਂ ਮੰਗਾਂਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਵੇਖ ਕੇ ਉਹਨਾਂ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕੀਤਾ, ਉਹ ਦੁਨੀਆ ਦੇ ਲੋਕੋ ਤੁਹਾਡੀ ਮੰਗਣ ਦੀ ਫਿਤਰਤ ਹੈ ਤੇ ਤੁਸੀਂ ਇਹ ਆਸ ਲਾ ਕੇ ਮੰਗਦੇ ਹੋ ਕਿ ਅਸੀਂ ਮੰਗਣ ਲੱਗੇ ਆ ਤੇ ਸਾਨੂੰ ਮਿਲੇ। ਤੇ ਤੁਹਾਨੂੰ ਅੱਜ ਮੈਂ ਦੱਸਣ ਲੱਗਿਆ, ਜੇ ਤੁਸੀਂ ਮੰਗਣਾ ਤੇ ਫਿਰ ਉਸ ਕੋਲੋਂ ਮੰਗਿਆ ਕਰੋ ਜਿਹੜਾ ਸਾਰੇ ਜਗਤ ਵਿੱਚ ਜਾਣਿਆ ਜਾਂਦਾ, ਜਿਹੜਾ ਕਦੇ ਦੇਣ ਤੋਂ ਇਨਕਾਰ ਨਹੀਂ ਕਰਦਾ। ਗੁਰੂ ਕਦੇ ਦੇਣ ਤੋਂ ਇਨਕਾਰੀ ਨਹੀਂ ਜੇ ਹੋਇਆ। ਇਸੇ ਕਰਕੇ ਤੇ ਮਾਲਕ ਨੇ ਆਖਿਆ ਸੀ ਨਾ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਦੁਨੀਆ ਕੋਲੋਂ ਮੰਗਣਾ ਛੱਡ ਦੇ, ਦੁਨੀਆ ਦੇ ਲੋਕਾਂ ਕੋਲੋਂ ਮੰਗਣਾ ਛੱਡ ਦੇ, ਰੱਬ ਕੋਲੋਂ ਪੱਲਾ ਅੱਡ ਕੇ ਮੰਗਣਾ ਸਿੱਖ ਲਾ। ਤੇ ਇਹ ਜਨ ਜਾਚੋ, ਉਹਦੇ ਕੋਲੋਂ ਮੰਗੋ। ਜਗਤਰ ਪਰ ਜਾਨੀਅਤ, ਜਿਹੜਾ ਸਾਰੇ ਜਗਤ ਵਿੱਚ ਜਾਣਿਆ ਜਾਂਦਾ, ਜਗਤ ਉੱਤੇ ਜਾਣਿਆ ਜਾਂਦਾ। ਬਾਸੁਰ ਰਹਿਣ, ਬਾਸ ਜਿਹੜੇ ਦਿਨ ਅਤੇ ਰਾਤ ਵਾਸਾ ਰੱਖਦੇ ਨੇ, ਜਿਹਦਾ ਵਾਸਾ ਦਿਨ ਤੇ ਰਾਤ ਕਿੱਥੇ ਹੈ? ਜਾ ਕੋ ਹਿਤ ਨਾਮ ਸਿਓ, ਜਿਹੜਾ ਆਪਣਾ ਪ੍ਰੇਮ ਰੱਬ ਦੇ ਨਾਮ ਨਾਲ ਲਾ ਕੇ ਦਿਨ ਰਾਤ ਰੱਖਦੇ ਨੇ। ਜੇ ਦੁਨੀਆ ਦੇ ਲੋਕੋ ਮੰਗਣਾ ਤੇ ਉਹਦੇ ਕੋਲੋਂ ਮੰਗਿਆ ਕਰੋ, ਜਿਹੜਾ ਦੇ ਕੇ ਕਦੇ ਪਛਤਾਉਂਦਾ ਵੀ ਨਹੀਂ ਹੈ। ਜਿਹਨੂੰ ਸਤਿਗੁਰੂ ਜੀ ਨੇ ਆਖਿਆ ਸੀ ਕਿ ਉਸ ਸ਼ਖਸੀਅਤ ਕੋਲੋਂ ਮੰਗੀਏ ਜਿਹਦੇ ਉੱਤੇ ਵਾਕਈ ਸੱਚਮੁੱਚ ਆਸ ਵੱਜ ਜਾਏ ਵੀ ਮੈਂ ਮੰਗਿਆ ਤੇ ਮੇਰੀ ਇੱਛਾ ਜ਼ਰੂਰ ਪੂਰੀ ਹੋਏਗੀ। ਐਸਾ ਕਦੇ ਵੀ ਨਹੀਂ ਹੋ ਸਕਦਾ ਵੀ ਮੈਂ ਉਹਦੇ ਕੋਲੋਂ ਮੰਗਾ ਤੇ ਮੇਰੀ ਭਾਵਨਾ ਪੂਰੀ ਨਾ ਹੋਵੇ। ਮਾਲਕ ਜੀ ਦਾ ਪਾਵਨ ਬਚਨ ਆਪ ਜੀ ਨੇ ਕਈ ਵਾਰ ਹੁਕਮ ਰੂਪ ਵਿੱਚ ਵੀ ਸਰਵਣ ਕੀਤਾ, ਤੇ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ ਸਤਿਗੁਰੂ ਉੱਥੇ ਆਖ ਦਿੰਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨ। ਤੇ ਇਹ ਜਨ ਜਾਚੋ ਜਾਨੀਅਤ ਜਗਤਰ ਪਰ, ਜਿਹੜਾ ਸਾਰੇ ਜਗਤ ਵਿੱਚ ਇਸ ਗੱਲ ਕਰਕੇ ਜਾਣਿਆ ਜਾਂਦਾ ਕਿ ਇੱਕ ਦਾਤਾ ਸਭ ਜਗਤ ਭਿਖਾਰੀ ਆ। ਜਿਹੜਾ ਇਸ ਕਰਕੇ ਜਾਣਿਆ ਜਾਂਦਾ ਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਜਿਹੜਾ ਇਸ ਕਰਕੇ ਜਾਣਿਆ ਜਾਂਦਾ ਕਿ ਉਸ ਵਰਗਾ ਦਾਤਾ ਕੋਈ ਨਹੀਂ ਤੇ ਸਾਡੇ ਵਰਗਾ ਭਿਖਾਰੀ ਕੋਈ ਨਹੀਂ। ਉਹ ਦਾਤਾ ਐਸਾ ਹੈ ਕਿ ਉਸ ਦਾਤੇ ਕੋਲੋਂ ਮੰਗਣ ਵਾਲਾ ਮੰਗਦਾ ਥੱਕ ਜਾਂਦਾ ਹੈ, ਪਰ ਦਾਤਾ ਕਦੇ ਦੇਣ ਵਾਲਾ ਕਦੇ ਨਹੀਂ ਜੇ ਥੱਕਿਆ। ਜੇ ਮੰਗਣਾ ਤੇ ਉਸ ਦਾਤੇ ਕੋਲੋਂ ਮੰਗੀਏ ਜਿਹੜਾ ਨਾ ਦੇ ਕੇ ਪਛਤਾਉਂਦਾ, ਨਾ ਦੇਣ ਲੱਗਿਆਂ ਕਦੇ ਥੱਕਿਆ, ਨਾ ਕਦੇ ਦੇਣ ਤੋਂ ਇਨਕਾਰੀ ਹੋਇਆ। ਉਹਦੇ ਅੱਗੇ ਪੱਲਾ ਅੱਡ ਕੇ ਭਾਵੇਂ ਦਿਨੇ ਮੰਗ ਲਈਏ ਭਾਵੇਂ ਰਾਤ ਮੰਗ ਲਈਏ, ਉਹਨੇ ਸਮਾਂ ਨਹੀਂ ਵੇਖਿਆ, ਉਹਨੇ ਟਾਈਮ ਨਹੀਂ ਵੇਖਿਆ, ਉਹਨੇ ਹਾਲਾਤ ਨਹੀਂ ਵੇਖੇ। ਜਦੋਂ ਵੀ ਮੰਗਿਆ ਉਹਨੇ ਉਦੋਂ ਝੋਲੀ ਵਿੱਚ ਸਾਡੇ ਦਾਤ ਪਾ ਦਿੱਤੀ। ਤੇ ਫਿਰ ਉਸੇ ਕੋਲੋਂ ਭੱਟ ਮਥੁਰਾ ਜੀ ਕਹਿੰਦੇ ਮੰਗ ਲਓ, ਜਿਹੜਾ ਸਾਰੇ ਦੇ ਸਾਰੇ ਸੰਸਾਰ ਵਿੱਚ ਇੱਕ ਦਾਤੇ ਵਜੋਂ ਜਾਣਿਆ ਜਾਂਦਾ ਹੈ। ਤੇ ਮਾਲਕ ਜੀ ਨੇ ਫਿਰ ਬਾਣੀ 'ਚ ਦੱਸਿਆ ਨਾ ਵੀ ਦਾਤਾ ਕੌਣ ਹੈ, ਤੇ ਉਦੋਂ ਫਿਰ ਸਤਿਗੁਰੂ ਆਖਦੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਜਦੋਂ ਦਾਤੇ ਦੀ ਗੱਲ ਆਈ ਤੇ ਮਾਲਕ ਕਹਿੰਦੇ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੇ ਸੰਗ ਪਾਪ ਗਵਾਵਣਾ। ਜੇ ਮੰਗਣਾ ਤੇ ਫਿਰ ਪੱਲਾ ਅੱਡ ਕੇ ਉਸ ਦਾਤੇ ਕੋਲੋਂ ਮੰਗਣਾ ਆ ਜਾਏ ਜਿਹਦੇ ਅੱਗੇ
ਹਰ ਇੱਕ ਜੀਵ ਮੰਗਦਾ, ਕੱਲਾ ਮਨੁੱਖ ਨਹੀਂ, ਜਿਹਦੇ ਕੋਲੋਂ ਜਾਨਵਰ ਵੀ ਮੰਗਦੇ, ਜਿਹਦੇ ਕੋਲੋਂ ਪੰਛੀ ਵੀ ਮੰਗਦੇ, ਜਿਹਦੇ ਕੋਲੋਂ ਬਨਸਪਤੀ ਪੇੜ ਪੌਦੇ ਵੀ ਮੰਗਦੇ, ਤੇ ਜਿਹੜਾ ਬਿਨਾਂ ਬੋਲਿਆਂ ਸਾਰੀਆਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ। ਜੇ ਮੰਗਣਾ ਤੇ ਫਿਰ ਉਸ ਦਾਤੇ ਕੋਲੋਂ ਮੰਗਣ ਦੀ ਕਿਤੇ ਜਾਚ ਆ ਜਾਏ। ਭੱਟ ਮਥੁਰਾ ਜੀ ਨੇ ਅੱਜ ਆਖਿਆ, ਤੇ ਇਹ ਜਨ ਜਾਚੋ, ਉਸ ਕੋਲੋਂ ਜਾਚਨਾ ਕਰੋ, ਮੰਗੋ। ਜਗਤਰ ਪਰ ਜਾਨੀਅਤ, ਜਿਹੜਾ ਸਾਰੇ ਜਗਤ ਵਿੱਚ ਜਾਣਿਆ ਜਾਂਦਾ। ਬਾਸੁਰ ਰਹਿਣ ਬਾਸ, ਜਿਹਦਾ ਦਿਨ ਤੇ ਰਾਤ ਵਾਸਾ ਹੈ। ਜਾਕੋ ਹਿਤ, ਜਿਹਦਾ ਹਿਤ ਹੈ ਪ੍ਰੇਮ ਹੈ ਕਿਹਦੇ ਵਿੱਚ? ਨਾਮ ਸਿਓ। ਜਿਹਦਾ ਦਿਨ ਤੇ ਰਾਤ ਵਾਸਾ ਵੀ ਨਾਮ ਵਿੱਚ, ਜਿਹਦਾ ਦਿਨ ਤੇ ਰਾਤ ਪ੍ਰੇਮ ਵੀ ਰੱਬ ਦੇ ਨਾਮ ਵਿੱਚ ਹੈ, ਉਹਦੇ ਕੋਲੋਂ ਹੀ ਕਿਤੇ ਮੰਗਣਾ ਸਿੱਖ ਲਈਏ। ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ। ਫਿਰ ਸਤਿਗੁਰੂ ਅਰਜਨ ਦੇਵ ਜੀ ਦੇ ਪ੍ਰਤੀ ਬਚਨ ਆਖੇ, ਪਰਮ ਅਤੀਤ ਪਰਮੇਸ਼ਵਰ ਕੈ ਰੰਗ ਰੰਗਿਓ। ਗੁਰੂ ਅਰਜਨ ਸਾਹਿਬ ਜੀ ਆਪ ਜੀ ਤੇ ਹਰ ਵਕਤ ਪਰਮੇਸ਼ਵਰ ਦੇ ਰੰਗ ਵਿੱਚ ਰੰਗੀਚੇ ਹੋਏ ਹੋ, ਭਿੱਜੇ ਹੋਏ ਹੋ, ਹਮੇਸ਼ਾ ਉਹਦੇ ਸੰਗ ਰਹਿੰਦੇ ਹੋ, ਉਹਦੀ ਯਾਦ ਵਿੱਚ ਰਹਿੰਦੇ ਹੋ। ਵਾਸ਼ਨਾ ਤੇ ਬਾਹਰ ਹੈ, ਤੁਸੀਂ ਵਾਸ਼ਨਾ ਤੋਂ ਰਹਿਤ, ਵਾਸ਼ਨਾ ਤੁਹਾਡੇ ਕੋਲ ਕੋਈ ਵੀ ਨਹੀਂ ਹੈ। ਜੇ ਵਾਸ਼ਨਾ ਹੁੰਦੀ ਨਾ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕੋਲ, ਤੇ ਫਿਰ ਬਾਬਾ ਪ੍ਰਿਥੀ ਚੰਦ ਜਦੋਂ ਗੱਦੀ ਖੋਹਣ ਲੱਗੇ ਸੀ ਨਾ, ਤੇ ਝਗੜਾ ਜ਼ਰੂਰ ਪੈਂਦਾ। ਜੇ ਝਗੜੇ ਤੋਂ ਬਚਾ ਰਿਹਾ, ਇਸੇ ਕਰਕੇ ਰਿਹਾ। ਪ੍ਰਿਥੀ ਚੰਦ ਝਗੜਾ ਚਾਹੁੰਦਾ, ਪਰ ਧੰਨ ਗੁਰੂ ਅਰਜਨ ਦੇਵ ਨੂੰ ਲਾਲਸਾ ਹੀ ਕੋਈ ਨਹੀਂ। ਬਸ ਆਹੀ ਕਾਰਨ, ਇਸੇ ਕਰਕੇ ਝਗੜਾ ਨਹੀਂ ਹੋਇਆ। ਪ੍ਰਿਥੀ ਚੰਦ ਚੜ ਕੇ ਵੀ ਆਇਆ, ਉਹ ਚੜਾ ਕੇ ਵੀ ਲਿਆਇਆ, ਪਰ ਗੁਰੂ ਅਰਜਨ ਸਾਹਿਬ ਨੇ ਥੋੜੀ ਅੱਗੋਂ ਪ੍ਰਬੰਧ ਕਰ ਲਿਆ ਵੀ ਆ ਜਾਓ, ਅਸੀਂ ਵੀ ਆ ਦੋ ਹੱਥ ਕਰਕੇ ਤੁਹਾਡੇ ਨਾਲ ਵੇਖਦੇ ਆਂ, ਅਸੀਂ ਵੀ ਹਥਿਆਰ ਲੈ ਕੇ ਸ਼ਸਤਰ ਲੈ ਕੇ ਬੈਠੇ ਆਂ, ਤੇ ਤੁਹਾਡੇ ਆਹੂ ਲਾ ਦੇਾਂਗੇ, ਤੁਸੀਂ ਚੱਲ ਕੇ ਆਓ। ਜਾਂ ਪ੍ਰਿਥੀ ਚੰਦ ਤੱਕ ਈਰਖਾ ਭਰੇ ਬੋਲ ਗੁਰੂ ਅਰਜਨ ਸਾਹਿਬ ਪਹੁੰਚਾਉਂਦੇ ਹੋਣ, ਕੋਈ ਐਸਾ ਇਤਿਹਾਸ ਦਾ ਪੰਨਾ ਨਹੀਂ। ਕਿਉਂਕਿ ਸਤਿਗੁਰੂ ਜੀ ਵਾਸ਼ਨਾ ਤੋਂ ਰਹਿਤ ਨੇ, ਇਕੱਲੇ ਸੰਸਾਰਕ ਪਦਾਰਥਾਂ ਦੀ ਨਹੀਂ। ਜੇ ਆਪਾਂ ਕਿਸੇ ਹੋਰ ਵਾਸ਼ਨਾ ਦੀ ਗੱਲ ਵੀ ਕਰਾਂਗੇ, ਤੇ ਧੰਨ ਗੁਰੂ ਅਰਜਨ ਦੇਵ ਜੀ ਵਾਸ਼ਨਾ ਤੇ ਬਾਹਰ, ਆਪ ਜੀ ਵਾਸ਼ਨਾ ਤੋਂ ਬਾਹਰ ਹੋ, ਮਤਲਬ ਵਾਸ਼ਨਾ ਤੋਂ ਰਹਿਤ ਹੋ। ਪੈ ਦੇਖੀਅਤ ਧਾਮ ਸਿਓ, ਪਰ ਹੋ ਆਪ ਜੀ ਬੜੇ ਵੱਡੇ ਗ੍ਰਸਤੀ। ਆਪ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਵੀ ਵਾਸ਼ਨਾ ਤੋਂ ਰਹਿਤ ਹੋ। ਗੁਰੂ ਅਰਜਨ ਸਾਹਿਬ ਵੀ ਗ੍ਰਸਥ 'ਚ ਰਹਿੰਦਿਆਂ ਹੋਇਆਂ ਵਾਸ਼ਨਾ ਤੋਂ ਰਹਿਤ। ਤੇ ਜੇ ਪਰਮਾਤਮਾ ਦੀ ਗੱਲ ਕਰਾਂਗੇ, ਤੇ ਪਰਮਾਤਮਾ ਵੀ ਵਾਸ਼ਨਾ ਤੋਂ ਰਹਿਤ ਹੈ। ਰੱਬ ਖੁਦ ਇੱਕ ਬੜਾ ਵੱਡਾ ਗ੍ਰਸਥੀ ਜੇ। ਗੁਰਬਾਣੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਉਹ ਪਰਮਾਤਮਾ ਖੁਦ ਇੱਕ ਬੜਾ ਵੱਡਾ ਗ੍ਰਸਥੀ ਹੈ, ਜਿਹੜਾ ਸਾਰੇ ਦੇ ਸਾਰੇ ਸਮਾਜ ਨੂੰ ਪੈਦਾ ਕਰਨ ਵਾਲਾ, ਸੰਸਾਰ ਨੂੰ ਪੈਦਾ ਕਰਨ ਵਾਲਾ। ਉਹ ਪਰਮਾਤਮਾ ਵੀ ਵਾਸ਼ਨਾ ਤੋਂ ਰਹਿਤ। ਧੰਨ ਗੁਰੂ ਅਰਜਨ ਦੇਵ ਜੀ ਆਪ ਵੀ ਉਸੇ ਪਰਮਾਤਮਾ ਦਾ ਸਰੂਪ ਹੋ, ਆਪ ਜੀ ਵੀ ਵਾਸ਼ਨਾ ਤੋਂ ਰਹਿਤ ਹੋ। ਤੇ ਉਹ ਪਰਮਾਤਮਾ ਵੀ ਇੱਕ ਬੜਾ ਵੱਡਾ ਗ੍ਰਸਥੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗ੍ਰਸਥ ਵਿੱਚ ਆਪ ਵੀ ਰਹਿੰਦੇ ਹੋ। ਗ੍ਰਸਥ ਵਿੱਚ ਰਹਿੰਦਿਆਂ ਹੋਇਆ ਹੀ ਤੇ ਅਤੀਤ ਹੋਣਾ ਨਾ, ਗ੍ਰਸਥ ਵਿੱਚ ਰਹਿੰਦਿਆਂ ਹੋਇਆ ਹੀ ਵਾਸ਼ਨਾ ਤੋਂ ਰਹਿਤ ਹੋਣਾ। ਅਸਲ ਵਿੱਚ ਧਰਮ ਹੀ ਇਹ ਹੈ, ਰੱਬੀ ਯਾਦ ਚਿੰਤਨ ਹੀ ਇਹ ਹੈ ਕਿ ਅਸੀਂ ਗ੍ਰਸਥ ਵਿੱਚ ਰਹਿੰਦੇ ਹਾਂ, ਆਪਣੇ ਗ੍ਰਸਥ ਧਰਮ ਨੂੰ ਨਿਭਾਉਂਦਿਆਂ ਹੋਇਆਂ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਆਪਣੇ ਜੀਵਨ ਨੂੰ ਉੱਚਿਆਂ ਤੇ ਸੁੱਚਿਆਂ ਰੱਖੀਏ। ਬਸ ਆਹੀ ਧਰਮ ਹੈ, ਇਹੀ ਕਮਾਉਣਾ ਸਾਨੂੰ ਨਹੀਂ ਆਇਆ। ਅਸੀਂ ਗ੍ਰਸਥ 'ਚ ਰਹਿੰਦਿਆਂ ਵਿੱਚ ਖਚਤ ਹੋ ਗਏ, ਮਾਇਕ ਪਦਾਰਥਾਂ 'ਚ ਰਹਿੰਦਿਆਂ ਅਸੀਂ ਗਰਸੇ ਗਏ, ਉਹ ਮਾਇਕ ਪਦਾਰਥਾਂ ਦੇ ਹੱਥੋਂ ਹੀ ਲੁੱਟੇ ਗਏ, ਜਿਸ ਕਰਕੇ ਧਰਮ ਅਸੀਂ ਕਮਾ ਹੀ ਨਹੀਂ ਸਕੇ। ਧਰਮ ਹੀ ਇਹ ਸੀ ਕਿ ਅਸੀਂ ਗ੍ਰਸਥ 'ਚ ਰਹਿੰਦੇ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ, ਸਾਰੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦੇ, ਪਰ ਨਿਰਲੇਪਤਾ ਵੀ ਸਾਡੇ ਕੋਲ ਹੁੰਦੀ। ਧਰਮ ਨੂੰ ਅਸੀਂ ਕਮਾਉਂਦੇ, ਰੱਬੀ ਯਾਦ ਚਿੰਤਨ ਸਾਡੇ ਕੋਲ ਹੁੰਦਾ, ਨਿਰਲੇਪਤਾ ਸਾਡੇ ਕੋਲ ਹੁੰਦੀ, ਤੇ ਅਸੀਂ ਧਰਮੀ ਸਾਂ। ਸਤਿਗੁਰੂ ਅਰਜਨ ਦੇਵ ਜੀ ਆਪ ਜੀ ਵਾਸ਼ਨਾ ਤੋਂ ਰਹਿਤ ਹੋ, ਪਰ ਆਪ ਜੀ ਗ੍ਰਸਥ ਵਿੱਚ ਵੀ ਰਹਿੰਦੇ ਹੋ। ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰ ਕਾਮ ਸਿਓ। ਤੇ ਆਪ ਜੀ ਦਾ ਜਿਹੜਾ ਪ੍ਰੇਮ ਹੈ ਨਾ, ਉਹ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲੱਗਿਓ।
ਲਾਗਿਓ। ਆਪ ਜੀ ਦਾ ਪ੍ਰੇਮ ਉਸ ਅਪਰੰਪਰ ਪੁਰਖ ਦੇ ਨਾਲ ਜਿਹੜਾ ਪਰੇ ਤੋਂ ਪਰੇ ਹੈ, ਮਤਲਬ ਪਰਮਾਤਮਾ, ਪਰੇ ਤੋਂ ਪਰੇ ਜਿਹੜਾ ਪੁਰਖ ਪਰਮੇਸ਼ਵਰ ਹੈ, ਆਪ ਜੀ ਦਾ ਪ੍ਰੇਮ ਉਹਦੇ ਨਾਲ ਲੱਗਿਆ। ਬਿਨ ਭਗਵੰਤ ਰਸ ਨਹੀਂ, ਉਹਦੇ ਤੋਂ ਬਿਨਾ ਹੁਣ ਆਪ ਜੀ ਨੂੰ ਕੋਈ ਰਸ ਵੀ ਨਹੀਂ ਹੈ। ਔਰ ਕਾਮ ਸਿਓ, ਕਿਸੇ ਕੰਮ ਨਾਲ ਕੋਈ ਰਸ ਨਹੀਂ, ਕੋਈ ਕਿਸੇ ਕਾਰਜ ਨਾਲ ਰਸ ਨਹੀਂ। ਸਿਰਫ ਇੱਕ ਅਕਾਲ ਪੁਰਖ ਦੇ ਨਾਮ ਦਾ ਰਸ, ਉਹਦੇ ਪ੍ਰੇਮ ਦਾ ਰਸ ਆਪ ਜੀ ਮਾਣਦੇ ਹੋ। ਉਹਦੇ ਤੋਂ ਬਿਨਾ ਆਪ ਜੀ ਕਿਸੇ ਵੀ ਕਾਰਜ ਵਿੱਚੋਂ ਰਸ ਜਿਹੜਾ ਉਹ ਨਹੀਂ ਲੈਂਦੇ। ਜਾਂ ਇਉਂ ਕਹਿ ਲਈਏ ਵੀ ਜਿਹੜਾ ਵੀ ਕਰਮ ਤੁਸੀਂ ਕਰਦੇ ਹੋ, ਉਸ ਕਰਮ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਜੀ ਆਪ ਪਰਮੇਸ਼ਵਰ ਦਾ ਹੀ ਰਸ ਮਾਣਦੇ ਹੋ। ਭਗਵੰਤ ਤੋਂ ਬਿਨਾ ਆਪ ਜੀ ਕਿਸੇ ਹੋਰ ਵਸਤੂ ਦਾ ਰਸ ਨਹੀਂ ਮਾਣਦੇ। ਜੇ ਕਿਸੇ ਹੋਰ ਵਸਤੂ ਨੂੰ ਆਪ ਭੋਗਦੇ ਵੀ ਹੋ, ਕਿਉਂਕਿ ਭੋਗੀ ਵੀ ਹੈ ਤੇ ਜੋਗੀ ਵੀ ਹੈ, ਤੇ ਹੁਣ ਭੋਗੀ ਹੁੰਦਿਆਂ ਹੋਇਆਂ, ਭੋਗਦਿਆਂ ਹੋਇਆਂ, ਜੇ ਕਿਸੇ ਵਸਤੂ ਨੂੰ ਆਪ ਜੀ ਭੋਗਦੇ ਵੀ ਹੋ ਤੇ ਉਹਦੇ ਵਿੱਚੋਂ ਵੀ ਕੀ, ਉਸ ਅਕਾਲ ਪੁਰਖ ਦੇ ਰਸ ਨੂੰ ਮਾਣਦੇ ਹੋ। ਚੱਲਣਾ ਵੀ ਆਪ ਜੀ ਦਾ ਭਗਤੀ ਬਣ ਜਾਂਦਾ। ਆਪ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ ਇੱਕ ਇੱਕ ਬੋਲ ਵੀ ਆਪ ਜੀ ਦੀ ਭਗਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਆਪ ਜੀ ਦਾ ਆਪਣੇ ਨੇਤਰਾਂ ਨਾਲ ਵੇਖਣਾ, ਰਸਨਾ ਨਾਲ ਬੋਲਣਾ, ਆਪਣੀਆਂ ਅੱਖਾਂ ਦੇ ਨਾਲ ਸਮਾਜ ਨੂੰ, ਸੰਸਾਰ ਨੂੰ ਵੇਖਣਾ, ਇਹ ਵੀ ਆਪ ਜੀ ਦੀ ਭਗਤੀ ਹੈ। ਕੰਨਾਂ ਦੇ ਨਾਲ ਸੁਣਨਾ, ਜੇ ਕੁਝ ਸੁਣਦੇ ਵੀ ਹੋ ਤੇ ਉਹ ਵੀ ਰੱਬੀ ਰਸ ਸੁਣਦੇ ਹੋ। ਜ਼ੁਬਾਨ ਨਾਲ, ਰਸਨਾ ਨਾਲ ਬੋਲਦੇ ਹੋ ਤੇ ਰੱਬੀ ਰਸ। ਅੱਖਾਂ ਨਾਲ ਜੇ ਵੇਖਦੇ ਹੋ ਤੇ ਉਹ ਵੀ ਰੱਬੀ ਰਸ ਨੂੰ। ਔਰ ਧੰਨ ਗੁਰੂ ਅਰਜਨ ਦੇਵ ਜੀ ਜੇ ਆਪ ਜੀ ਪੈਰਾਂ ਚਰਨਾਂ ਆਪਣੇ ਨਾਲ ਚੱਲ ਕੇ ਜਾਂਦੇ ਹੋ ਤੇ ਉਹ ਵੀ ਰੱਬੀ ਰਸ ਲੈਣ ਵਾਸਤੇ। ਮਤਲਬ ਹਰ ਇੱਕ ਕਾਰਜ ਵਿੱਚੋਂ ਬਿਨ ਭਗਵੰਤ ਰਸ ਨਹੀਂ, ਭਗਵੰਤ ਤੋਂ ਬਿਨਾ ਕੋਈ ਰਸ ਨਹੀਂ ਜੇ ਆਪ ਜੀ ਨੇ ਲਿਆ। ਜੇ ਔਰ ਕਾਮ ਕੀਤੇ ਵੀ, ਉਹਨਾਂ ਕੰਮਾਂ ਦੇ, ਉਹਨਾਂ ਕਾਰਜਾਂ ਵਿੱਚੋਂ ਵੀ ਆਪ ਜੀ ਨੇ ਰੱਬੀ ਰਸ ਨੂੰ ਹੀ ਮੰਨਣਾ ਕੀਤਾ। ਮਥੁਰਾ ਕੋ ਪ੍ਰਭ ਸਰਬ ਮੈ, ਅਰਜੁਨ ਗੁਰ ਭਗਤ ਕੈ, ਹੇਤ ਪਾਏ ਰਹਿਓ ਮਿਲ ਰਾਮ ਸਿਓ। ਫਿਰ ਕਹਿੰਦੇ ਮਥੁਰਾ ਦਾ ਜਿਹੜਾ ਪ੍ਰਭੂ ਹੈ ਨਾ, ਸਰਬਮਏ, ਸਾਰਿਆਂ ਵਿੱਚ ਰਮਿਆ ਹੋਇਆ, ਅਰਜੁਨ ਗੁਰ। ਮਥੁਰਾ ਦਾ ਪ੍ਰਭੂ ਹੀ ਗੁਰੂ ਅਰਜਨ ਸਾਹਿਬ ਨੇ। ਮਤਲਬ ਭੱਟ ਮਥੁਰਾ ਜੀ ਨੇ ਪਹਿਲੋਂ ਗੱਲ ਪਰਮੇਸ਼ਵਰ ਦੇ ਰੂਪ ਦੀ ਕੀਤੀ, ਧੰਨ ਗੁਰੂ ਅਰਜਨ ਸਾਹਿਬ ਪਰਮੇਸ਼ਵਰ ਦਾ ਸਰੂਪ, ਤੇ ਅਖੀਰ ਵਿੱਚ ਆ ਕੇ ਉਹਨਾਂ ਪ੍ਰਤੱਖ ਲਫ਼ਜ਼ਾਂ 'ਚ ਕਹਿ ਦਿੱਤਾ ਵੀ ਮੇਰੇ ਲਈ ਮੇਰੇ ਪ੍ਰਮਾਤਮਾ ਗੁਰੂ ਅਰਜਨ ਸਾਹਿਬ ਹੀ ਨੇ, ਉਹੀ ਮੇਰਾ ਰੱਬ ਨੇ, ਜਿਹੜੇ ਸਾਰਿਆਂ ਵਿੱਚ ਵਸੇ ਹੋਏ ਨੇ। ਭਗਤ ਕੈ ਹੇਤ, ਤੇ ਹੁਣ ਮੈਂ ਭਗਤੀ ਦੇ ਲਈ, ਪ੍ਰਾਪਤੀ ਦੇ ਲਈ ਪਾਏ ਰਹਿਓ ਉਹਨਾਂ ਦੇ ਪੈਰਾਂ ਵਿੱਚ, ਉਹਨਾਂ ਦੇ ਚਰਨਾਂ ਵਿੱਚ ਰਹਿਣਾ। ਮਿਲ ਰਾਮ ਸਿਓ, ਤੇ ਉਹਨਾਂ ਦੇ ਚਰਨਾਂ ਵਿੱਚ ਰਹਿੰਦਿਆਂ ਹੋਇਆਂ ਮੈਂ ਪ੍ਰਭੂ ਪਰਮਾਤਮਾ ਨਾਲ ਮਿਲਿਆ ਰਹਿਣਾ। ਭੱਟ ਮਥੁਰਾ ਜੀ ਕਹਿੰਦੇ ਮੇਰਾ ਪਰਮੇਸ਼ਵਰ ਗੁਰੂ ਅਰਜਨ ਸਾਹਿਬ ਨੇ। ਹੁਣ ਮੈਂ ਭਗਤੀ ਨੂੰ ਪ੍ਰਾਪਤ ਕਰਨ ਦੇ ਲਈ, ਭਗਤੀ ਨੂੰ ਲੈਣ ਦੇ ਲਈ, ਭਗਤੀ ਦੇ ਹੇਤ ਪ੍ਰੇਮ ਦੇ ਲਈ ਪਾਏ ਰਹਿਓ, ਮੈਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਰਹਿਣਾ। ਤੇ ਮਿਲ ਰਾਮ ਸਿਓ, ਉਹਨਾਂ ਦੇ ਚਰਨਾਂ ਵਿੱਚ ਰਹਿੰਦਾ ਹੋਇਆ ਹੀ ਮੈਂ ਰਾਮ ਦੇ ਨਾਲ, ਪਰਮੇਸ਼ਵਰ ਦੇ ਨਾਲ ਮਿਲਿਆ ਰਹਿਣਾ। ਮਤਲਬ ਮੇਰੇ ਲਈ ਪਰਮੇਸ਼ਵਰ ਦੀ ਜੇ ਪ੍ਰਾਪਤੀ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਰਹਿਣਾ। ਜੇ ਪਰਮੇਸ਼ਵਰ ਦੇ ਸਾਥ ਨੂੰ ਮੰਨਣਾ, ਮਤਲਬ ਗੁਰੂ ਅਰਜਨ ਸਾਹਿਬ ਦੇ ਚਿੰਤਨ ਵਿੱਚ ਰਹਿਣਾ। ਆ ਸਿਧਾਂਤ, ਆ ਬਾਤ ਅੱਜ ਭੱਟ ਮਥੁਰਾ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਦੱਸ ਰਹੇ ਕਿ ਉਹ ਖੁਦ ਪਰਮੇਸ਼ਵਰ ਦਾ ਸਰੂਪ ਨੇ ਤੇ ਉਹ ਸਾਰੇ ਦੇ ਸਾਰੇ ਸੰਸਾਰ ਵਿੱਚ ਰਮੇ ਹੋਏ। ਮੇਰੇ ਲਈ ਮੇਰੇ ਪ੍ਰਮਾਤਮਾ ਗੁਰੂ ਅਰਜਨ ਸਾਹਿਬ ਕਿੱਡੇ ਪ੍ਰੇਮ ਨਾਲ ਭੱਟ ਜੀ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਬੈਠਿਆਂ ਹੋਇਆਂ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ, ਨਾਲੇ ਆਪਣੀਆਂ ਰਸਨਾਵਾਂ, ਆਪਣੀਆਂ ਜੀਭਾਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੀ ਸ਼ੋਭਾ, ਉਹਨਾਂ ਦੀ ਵਡਿਆਈ ਨੂੰ ਗਾਉਂਦੇ, ਤੇ ਵਡਿਆਈ ਨੂੰ ਗਾਉਂਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਹਿਮਤਾਂ ਦੇ ਪਾਤਰ ਬਣਦਿਆਂ
ਗੁਰੂ ਅਰਜਨ ਸਾਹਿਬ ਵਿੱਚੋਂ ਅਕਾਲ ਪੁਰਖ ਪਰਮੇਸ਼ਵਰ ਨੂੰ ਵੇਖਦੇ ਨੇ। ਕਿੱਡੀ ਦਿਵਯ ਦ੍ਰਿਸ਼ਟੀ ਤੇ ਉਹ ਨਿਗਾਹ ਜਿਹਨੂੰ ਆਪਾਂ ਭਗਤ ਦੀ ਨਿਗਾਹ ਕਹਿ ਸਕਦੇ ਹਾਂ, ਤੇ ਉਹ ਨੇਤਰ ਲੈ ਕੇ ਬੈਠੇ ਹੋਣਗੇ ਜਿਹੜੇ ਨੇਤਰਾਂ ਨਾਲ ਸੱਚਮੁੱਚ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹ ਨਜ਼ਰ ਆਉਂਦਾ। ਭੱਟ ਮਥੁਰਾ ਜੀ ਨੇ ਵੇਖ ਕੇ ਸਾਨੂੰ ਆਖਿਆ, ਉਹ ਦੁਨੀਆ ਦੇ ਲੋਕੋ, ਮੇਰੇ ਲਈ ਮੇਰਾ ਰੱਬ ਗੁਰੂ ਅਰਜਨ ਸਾਹਿਬ ਨੇ, ਤੇ ਮੈਂ ਮੰਗਦਾ ਵੀ ਉਹਨਾਂ ਕੋਲੋਂ ਆ, ਤੇ ਦੁਨੀਆ ਦੇ ਲੋਕੋ ਤੁਹਾਨੂੰ ਵੀ ਇਹੋ ਸਮਝਾਉਣਾ, ਜੇ ਮੰਗਣਾ ਤੇ ਫਿਰ ਰੱਬ ਕੋਲੋਂ ਹੀ ਮੰਗੋ, ਗੁਰੂ ਅਰਜਨ ਸਾਹਿਬ ਦੇ ਦਰ ਤੋਂ ਮੰਗੋ, ਕਿਉਂਕਿ ਉਹ ਖੁਦ ਪਰਮੇਸ਼ਵਰ ਦਾ ਰੂਪ ਨੇ ਤੇ ਸਾਰੀਆਂ ਦਾਤਾਂ ਜੀਵਾਂ ਦੀ ਝੋਲੀ ਵਿੱਚ ਪਾਉਣ ਵਾਲੇ ਹਨ। ਇਸ ਤਰੀਕੇ ਸਤਿਗੁਰੂ ਜੀ ਦੀ ਸ਼ੋਭਾ ਵਡਿਆਈ ਨੂੰ ਭੱਟ ਮਥੁਰਾ ਜੀ ਨੇ ਗਾਇਨ ਕੀਤਾ। ਤੇ ਕਿਤੇ ਆਪਾਂ ਵੀ ਗੁਰੂ ਦੇ ਸ਼ੁਕਰਗੁਜ਼ਾਰ ਹੋਈਏ ਕਿ ਸਤਿਗੁਰੂ ਨੇ ਸਾਨੂੰ ਆਪਣੇ ਚਰਨਾਂ ਦੇ ਪ੍ਰੀਤ ਪਿਆਰ ਤੇ ਆਪਣੇ ਚਰਨਾਂ ਵਿੱਚ ਜੁੜਨ ਦਾ ਸੁਭਾਗ ਸਤਿਗੁਰੂ ਆਪ ਬਖਸ਼ਦੇ ਨੇ। ਆਪਣੀ ਬਾਣੀ ਨੂੰ ਪੜ੍ਹਨ, ਬਾਣੀ ਨੂੰ ਵਿਚਾਰਨ ਤੇ ਬਾਣੀ ਨੂੰ ਸੁਣਨ ਦਾ ਬਲ ਬਖਸ਼ਦੇ ਨੇ। ਕਿਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹਨਾਂ ਬੋਲਾਂ, ਇਹਨਾਂ ਸਿੱਖਿਆਵਾਂ ਦੇ ਵਿੱਚੋਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਹੋਇਆਂ ਕਿਤੇ ਆਪਾਂ ਵੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਦੀਦਾਰ, ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਕਰ ਲਈਏ ਤੇ ਉਸ ਮਾਲਕ ਦੇ ਅੱਗੇ ਅਸੀਂ ਵੀ ਜਾਚਨਾ ਇਹੋ ਕਰਦੇ ਰਹੀਏ ਕਿ ਸਤਿਗੁਰੂ ਆਪ ਜੀ ਦਾਤਿਓ, ਅਸੀਂ ਸਭ ਮੰਗਣਹਾਰ ਜੀਵ ਭਿਖਾਰੀ ਆ, ਤੇ ਆਪ ਜੀ ਕੋਲੋਂ ਮੰਗਣਾ, ਆਪ ਜੀ ਨੇ ਸਾਡੀਆਂ ਝੋਲੀਆਂ ਜਿਹੜੀਆਂ ਉਹ ਦਾਤਾਂ ਦੇ ਨਾਲ ਤੇ ਦਾਤੇ ਨਾਲ ਆਪ ਜੀ ਨੇ ਹੀ ਭਰਨੀਆਂ ਨੇ। ਅਸੀਂ ਆਪ ਜੀ ਕੋਲੋਂ ਦਾਤਾ ਵੀ ਮੰਗਦੇ ਹਾਂ, ਭਾਵ ਤੁਹਾਨੂੰ ਵੀ ਮੰਗਦੇ ਹਾਂ, ਜਿੱਥੇ ਸੰਸਾਰਿਕ ਦਾਤਾਂ ਅਸੀਂ ਤੁਹਾਡੇ ਕੋਲੋਂ ਮੰਗ ਰਹੇ ਹਾਂ। ਕਿਰਪਾ ਕਰੋ, ਜਿੱਥੇ ਸੰਸਾਰਿਕ ਦਾਤਾਂ ਸਾਡੀ ਝੋਲੀ ਵਿੱਚ ਪਾਉਂਦੇ ਹੋ, ਆਪਣੀ ਯਾਦ ਤੇ ਆਪਣਾ ਚਿੰਤਨ ਵੀ ਸਾਡੀ ਝੋਲੀ ਵਿੱਚ ਪਾਓ, ਤਾਂ ਜੋ ਤੁਹਾਡੇ ਨਾਮ ਨੂੰ ਅਰਾਧਦੇ ਹਾਂ, ਤੁਹਾਡੀ ਯਾਦ ਵਿੱਚ ਜੁੜ ਕੇ ਆਪਣੇ ਸਮੇਂ ਨੂੰ, ਆਪਣੀ ਜ਼ਿੰਦਗੀ ਨੂੰ ਗੁਜ਼ਾਰਦੇ ਹਾਂ, ਆਪਣੇ ਜੀਵਨ ਸਫਲ ਕਰਕੇ ਜਾਈਏ। ਗੁਰੂ ਅੱਗੇ ਹਰ ਵਕਤ ਇਹ ਅਰਦਾਸ, ਇਹ ਬੇਨਤੀ ਤੇ ਸਤਿਗੁਰੂ ਜੀ ਤੋਂ ਹਰ ਵਕਤ ਵਾਰਨੇ ਜਾਂਦੇ ਰਿਹਾ ਕਰੋ, ਕਿਉਂਕਿ ਬੜੇ ਚੰਗੇ ਕਰਮ ਨੇ ਜਿਨ੍ਹਾਂ ਦੇ ਸਦਕਾ ਐਸੇ ਗੁਰੂ ਦੀ ਦਾਤ ਸਾਨੂੰ ਮਿਲੀ ਹੈ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਜੀ ਮਿਹਰ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਆਪ ਸੰਗਤਾਂ ਦੇ ਚਰਨਾਂ ਵਿੱਚ ਇੱਕ ਜ਼ਰੂਰੀ ਬੇਨਤੀ, ਜਿਵੇਂ ਮੌਸਮ ਦੀ ਤਬਦੀਲੀ ਨੂੰ ਵੇਖਦੇ ਹਾਂ, ਸੰਧਿਆ ਵੇਲੇ ਦੇ ਦੀਵਾਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੇ ਜਿਹੜੇ ਦੀਵਾਨ ਨੇ
ਉਹਨਾਂ ਦੇ ਸਮੇਂ ਵਿੱਚ ਵੀ ਤਬਦੀਲੀ ਕੱਲ ਤੋਂ 21 ਤਰੀਕ ਸੋਮਵਾਰ ਦੇ ਦਿਨ ਤੋਂ ਸਵੇਰੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਜਾਪ, ਉਪਰੰਤ 3 ਵਜੇ ਤੋਂ ਲੈ ਕੇ 4 ਵਜੇ ਤੱਕ 5 ਬਾਣੀਆਂ ਦੇ ਨਿਤਨੇਮ, ਫਿਰ 4 ਵਜੇ ਤੋਂ ਲੈ ਕੇ 4:50 ਤੱਕ ਆਸਾ ਕੀ ਵਾਰ ਦੇ ਕੀਰਤਨ, 4:50 ਤੋਂ ਲੈ ਕੇ 5:20 ਤੱਕ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ ਜਿਹੜੀ ਉਹ ਹੋਇਆ ਕਰੇਗੀ। 5:20 ਤੋਂ ਲੈ ਕੇ ਫਿਰ 6:45 ਤੱਕ ਆਸਾ ਕੀ ਵਾਰ ਦੇ ਕੀਰਤਨ, ਉਪਰੰਤ 6:45 ਤੋਂ ਲੈ ਕੇ 8 ਵਜੇ ਤੱਕ ਜੋ ਲੜੀਵਾਰ ਗੁਰਬਾਣੀ ਵਿਚਾਰ ਚੱਲਦੀ ਹੈ ਉਸੇ ਤਰ੍ਹਾਂ ਨਿਰੰਤਰ ਚੱਲਣਗੇ। ਸਮੇਂ ਦੀ ਤਬਦੀਲੀ ਨੂੰ ਸਰਬੱਤ ਸੰਗਤਾਂ ਨੋਟ ਕਰ ਲੈਣ। ਜੋ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਤਬਦੀਲੀ ਹੈ ਉਹ 4 ਵਜੇ ਤੋਂ ਲੈ ਕੇ 4:50 ਤੱਕ ਆਸਾ ਕੀ ਵਾਰ ਦੇ ਕੀਰਤਨ, ਉਪਰੰਤ 4:50 ਤੋਂ ਲੈ ਕੇ 5:20 ਤੱਕ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਸੇਵਾ, ਉਪਰੰਤ 5:20 ਤੋਂ 6:45 ਤੱਕ ਆਸਾ ਕੀ ਵਾਰ ਦੇ ਕੀਰਤਨ, ਫਿਰ 6:45 ਤੋਂ 8 ਵਜੇ ਤੱਕ ਜੋ ਗੁਰਬਾਣੀ ਵਿਚਾਰ ਲੜੀਵਾਰ ਸ਼ਬਦ ਵਿਚਾਰ ਚੱਲਦੀ ਹੈ ਉਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣਗੇ। ਇਸ ਸਮੇਂ ਦੀ ਤਬਦੀਲੀ ਨੂੰ ਨੋਟ ਕਰਨਾ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਮਥੁਰਾ ਕੋ ਪ੍ਰਭ ਸਰਬ ਮੈ ਅਰਜੁਨ ਗੁਰ ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।